ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਕਥਾ ਸ਼ੁਰੂ ਕਰਾਂ, ਸਾਰੀ ਸੰਗਤ ਨੂੰ ਬੇਨਤੀ ਹੈ ਕਿ 14 ਜੂਨ ਨੂੰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ। 13 ਜੂਨ ਦਾ ਐਤਵਾਰ ਹੈ। ਤੁਹਾਨੂੰ ਪਤਾ ਹੈ ਕਿ ਆਪਾਂ ਸਾਰੇ ਦਿਹਾੜੇ ਐਤਵਾਰ ਨੂੰ ਹੀ ਮਨਾਉਂਦੇ ਹਾਂ। ਇਸ ਲਈ ਆਪਾਂ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਨ 13 ਜੂਨ ਨੂੰ ਮਨਾਵਾਂਗੇ, ਐਤਵਾਰ ਨੂੰ। ਇਸ ਸੰਬੰਧ ਵਿੱਚ ਜਿਹੜੇ 7 ਅਖੰਡ ਪਾਠ ਨੇ ਉਹ 11 ਜੂਨ ਨੂੰ ਸਵੇਰੇ ਸ਼ੁਰੂ ਹੋਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹ ਜਿਹੜਾ ਹੈ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਰੌਲਾਂ ਲੱਗੀਆਂ ਹੋਈਆਂ ਹਨ, ਉਹ ਆ ਵੇਲੇ ਸਿਰ ਆਪਣੀਆਂ ਰੌਲਾਂ 'ਤੇ ਆਉਣ ਅਤੇ ਜਿਹੜਾ ਸੁਣ ਰਿਹਾ ਹੈ ਉਹ ਦੂਜਿਆਂ ਨੂੰ ਵੀ ਦੱਸ ਦੇਵੇ ਕਿ 11 ਤਰੀਕ ਤੋਂ, ਜਿਵੇਂ ਪਹਿਲਾਂ 8 ਵਜੇ ਅਖੰਡ ਪਾਠ ਸ਼ੁਰੂ ਹੁੰਦੇ ਨੇ, ਇਸੇ ਤਰ੍ਹਾਂ ਅਖੰਡ ਪਾਠ ਸ਼ੁਰੂ ਹੋਣਗੇ। 13 ਤਰੀਕ ਨੂੰ 7:30 ਵਜੇ ਅਖੰਡ ਪਾਠਾਂ ਦੇ ਭੋਗ ਪੈਣ ਲੱਗ ਜਾਣਗੇ। 8:05 ਤੱਕ ਜਿਹੜਾ ਹੈ ਭੋਗ ਪੈ ਜਾਂਦੇ ਨੇ। ਫਿਰ ਜਿਹੜਾ ਹੈ 2 ਸ਼ਬਦ ਪ੍ਰੋਫੈਸਰ ਸਾਹਿਬ ਅਤੇ ਨਰਿੰਦਰਪਾਲ ਸਿੰਘ ਜੀ ਇੱਕ ਸ਼ਬਦ ਪੜ੍ਹਨਗੇ। ਇਸ ਤਰ੍ਹਾਂ ਕੋਈ 8:30 ਵੱਜ ਜਾਣ, ਸਮਾਪਤੀ ਹੋ ਜਾਣੀ। ਫਿਰ ਆਪ ਜੀ ਨੂੰ ਖੁਆ ਪਿਆ ਕੇ ਤੋਰ ਦਿੱਤਾ ਜਾਵੇਗਾ। ਸੋ ਇਹ ਯਾਦ ਰੱਖਣਾ ਹੈ, 11 ਤਰੀਕ ਨੂੰ ਪਾਠ ਸ਼ੁਰੂ ਹੋਣੇ ਹਨ। ਸੋ ਇੱਕ ਦੂਜੇ ਨੇ ਦੱਸ ਦੇਣਾ ਪਾਠੀਆਂ ਦੂਜੀ ਸੰਗਤ ਨੂੰ। ਹੁਣ ਗੁਰੂ ਮਹਾਰਾਜ ਕਹਿੰਦੇ, ਅੰਗ ਨੰਬਰ 136 ਹੇਠਲਾ ਪਹਿਰਾ ਹੈ, ਕਿਉਂਕਿ ਕੱਲ੍ਹ 12 ਮਾਹ ਸਮਾਪਤ ਹੋ ਗਿਆ ਸੀ। ਅੱਗੇ ਬਾਣੀ ਸ਼ੁਰੂ ਹੈ। ਮਾਝ ਮਹਿਲਾ ਪੰਜਵਾਂ, ਦਿਨ ਰੈਣ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਮ ਹੈ ਮਾਝ। ਮਹਿਲਾ ਪੰਜਵਾਂ ਪੰਚਮ ਪਾਤਸ਼ਾਹ ਦੀ ਬਾਣੀ ਹੈ ਅਤੇ ਬਾਣੀ ਦਾ ਹੈਡਿੰਗ ਰੱਖਿਆ ਉਹਨਾਂ ਨੇ ਦਿਨ ਰੈਣ। ਰੈਣ ਰਾਤ ਨੂੰ ਕਹਿੰਦੇ ਨੇ, ਦਿਨ ਰਾਤ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਇੱਕੋ ਓਂਕਾਰ ਤੋਂ ਭਾਵ ਹੈ ਪਰਮਾਤਮਾ। ਸਤਿਗੁਰ ਦਾ ਮਤਲਬ ਸਤਿਗੁਰੂ ਦੀ, ਪ੍ਰਸਾਦ ਦਾ ਮਤਲਬ ਕਿਰਪਾ ਨਾਲ ਮਿਲਦਾ ਹੈ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਪੰਚਮ ਪਾਤਸ਼ਾਹ ਕਹਿੰਦੇ, ਸੇਵੀਂ ਸਤਿਗੁਰ ਆਪਣਾ। ਇਹ 'ਚ ਮੈਂ ਦੀ ਭਾਵਨਾ ਹੈ। ਜਦੋਂ ਮੈਂ ਦੀ ਭਾਵਨਾ ਹੋਵੇ, ਹੋਂ ਦੀ ਭਾਵਨਾ ਹੋਵੇ, ਤੂੰ ਦੀ ਭਾਵਨਾ ਹੋਵੇ, ਫਿਰ ਜਿੰਨੀਆਂ ਕਿਰਿਆਵਾਂ ਹਨ ਉਹ ਨਕ ਰਾਹੀਂ ਬੋਲੀਆਂ ਜਾਂਦੀਆਂ ਹਨ। ਸੇਵੀ ਨੂੰ ਬੋਲਾਂਗੇ ਸੇਵੀਂ। ਸੇਵੀਂ ਸਤਿਗੁਰ ਆਪਣਾ, ਹਰ ਸਿਮਰੀ ਰਾਰਨ ਬਿਹਾਰੀ ਬਿੰਦੇ, ਹਰ ਸਿਮਰੀ ਦਿਨ ਸਭ ਰਹਿਣ। ਇਸ ਪੰਕਤੀ ਦੇ ਵਿੱਚ 2 ਕਿਰਿਆਵਾਂ ਆਈਆਂ, ਇੱਕ ਸੇਵੀ ਅਤੇ ਇੱਕ ਸਿਮਰੀ। ਇਹ ਦੋਨੋਂ ਕਿਰਿਆਵਾਂ ਨਕ ਰਾਹੀਂ ਬੋਲੀਆਂ ਜਾਣਗੀਆਂ। ਸੇਵੀਂ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸ਼ਰਨੀ ਪਵਾਂ, ਮੁਖ ਬੋਲੀ ਲੱਲੇ ਨੂੰ ਬਿਹਾਰੀ ਬਿੰਦੀ। ਬੋਲੀ ਮਿਠੜੇ ਵੈਣ, ਜਨਮ ਜਨਮ ਕਾ ਵਿਛੜਿਆ। ਹਰ ਮੇਲੋ ਸੱਜਣ ਸੈਨ, ਜੋ ਜੀ ਹਰ ਤੇ ਵਿਛੜੇ। ਸੇ ਸੁਖ ਨ ਵਸਨ ਭੈਣ, ਹਰ ਪਿਰ ਬਿਨ ਚੈਨ ਨ ਪਾਈਐ। ਖੋਜ ਡਿਠੇ ਸਭ ਗੈਣ, ਆਪ ਕਮਾਣੈ ਵਿਛੜੀ। ਦੋਸ਼ ਨ ਕਾਹੂ ਦੇਣ, ਕਾਹੂ ਜਾਹੂ ਤਾਹੂ। 3 ਸ਼ਬਦ ਗੁਰਬਾਣੀ 'ਚ ਹੁੰਦੇ ਨੇ। ਇਹ ਬਿਨਾਂ ਟਿੱਪੀ ਤੋਂ ਪੜ੍ਹਨੇ ਨੇ, ਇਹ ਕਾਹੂ ਨਹੀਂ ਪੜ੍ਹ ਦੇਣਾ। ਇਹ ਹਿੰਦੀ ਦੇ ਸ਼ਬਦ ਨੇ, ਕਾਹੂ ਜਾਹੂ ਤਾਹੂ। ਦੋਸ਼ ਨ ਕਾਹੂ ਦੇਣ,
ਕਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾਹੀ ਕਰਨ ਕਰੀਣ, ਹਰ ਤੁਧ ਬਿਨ ਖਾਕੂ ਰੂਲਣਾ, ਕਹੀਐ ਕਿੱਥੈ ਵੈਣ, ਨਾਨਕ ਕੀ ਬੇਨੰਤੀਆ। ਕੀ ਇੱਕ ਵਚਨ ਹੈ, ਇਸ ਲਈ ਅੱਗੇ ਬੇਨੰਤੀਆ ਵੀ ਇੱਕ ਵਚਨ ਹੈ। ਬੇਨੰਤੀਆ ਦਾ ਮਤਲਬ ਬੇਨਤੀ। ਨਾਨਕ ਕੀ ਬੇਨੰਤੀਆ, ਹਰ ਸੁਰਜਨ ਦੇਖਾਂ ਨੈਣ। ਇੱਥੇ ਦੇਖਾਂ ਕਿਰਿਆ ਹੈ, ਇਸ ਲਈ ਖੱਕੇ ਨੂੰ ਕਰਨਾ ਬਿੰਦੀ ਲਾ ਕੇ ਦੇਖਾਂ ਨੈਣ। ਪੰਚਮ ਪਾਤਸ਼ਾਹ ਕਹਿੰਦੇ, ਸੇਵੀਂ ਸਤਿਗੁਰ ਆਪਣਾ। ਮੈਂ ਆਪਣੇ ਸਤਿਗੁਰੂ ਦੀ ਸੇਵਾ ਕਰਾਂਗਾ, ਹਰ ਸਿਮਰੀ ਦਿਨ ਸਭ ਰਹਿਣ। ਸਾਰੇ ਦਿਨ ਤੇ ਸਾਰੀਆਂ ਰਾਤਾਂ ਉਹਦਾ ਸਿਮਰਨ ਕਰਾਂਗਾ। ਆਪ ਤਿਆਗ ਸ਼ਰਣੀ ਪਵਾਂ, ਆਪ ਨੇ ਹਉਮੈ। ਮੈਂ ਆਪਣੇ ਅੰਦਰੋਂ ਹਉਮੈ ਛੱਡ ਕੇ ਪਰਮਾਤਮਾ ਦੇ ਸ਼ਰਣੀ ਪਵਾਂਗਾ, ਪਰਮਾਤਮਾ ਦੇ ਚਰਨੀ ਲੱਗਾਂਗਾ। ਮੁਖ ਬੋਲੀ ਮਿੱਠੜੇ ਵੈਣ, ਅਤੇ ਮੁਖ ਦੇ ਨਾਲ ਵੈਣ ਹੁੰਦਾ ਬੋਲ, ਮਿੱਠੇ ਬੋਲ ਬੋਲਾਂਗਾ। ਤੇ ਮੁਖ ਦੇ ਨਾਲ ਮਿੱਠੇ ਬੋਲ ਬੋਲਾਂਗਾ, ਬੋਲੀ ਬੋਲਾਂਗਾ, ਵੈਣ ਬੋਲ। ਜਨਮ ਜਨਮ ਕਾ ਵਿਛੜਿਆ, ਹਰ ਮੇਲੋ ਸੱਜਣ ਸੈਨ। ਹੈ ਪਰਮਾਤਮਾ, ਮੈਂ ਜਨਮਾਂ ਜਨਮਾਂਤਰਾਂ ਦਾ ਤੁਹਾਡੇ ਤੋਂ ਵਿਛੜਿਆ ਹੋਇਆ ਹਾਂ। ਤੁਸੀਂ ਮੇਰੇ ਸੱਜਣ ਹੋ। ਸੈਨ ਰਿਸ਼ਤੇਦਾਰ ਨੂੰ ਕਹਿੰਦੇ, ਕਿਉਂਕਿ ਪੰਚਮ ਪਾਤਸ਼ਾਹ ਪਰਮਾਤਮਾ ਨੂੰ ਕਹਿੰਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਕਹਿੰਦੇ ਹੈ ਪਰਮਾਤਮਾ, ਤੂੰ ਹੀ ਮੇਰਾ ਮਾਤਾ ਹੈ, ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਭਰਾ ਹੈ, ਤੂੰ ਹੀ ਮੇਰਾ ਰਿਸ਼ਤੇਦਾਰ ਹੈ। ਇਸ ਲਈ ਹੈ ਹਰੀ, ਮੈਂ ਜਨਮਾਂ ਜਨਮਾਂਤਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ। ਮੇਲੋ ਸੱਜਣ ਸੈਨ, ਹੈ ਮੇਰੇ ਸੱਜਣ ਪ੍ਰਭੂ, ਹੈ ਮੇਰੇ ਰਿਸ਼ਤੇਦਾਰ ਪ੍ਰਭੂ, ਮੈਨੂੰ ਆਪਣੇ ਨਾਲ ਮਿਲਾ ਲਓ। ਜੋ ਜੀ ਹਰ ਤੇ ਵਿਛੜੇ, ਜੀਵ ਨੇ ਜੀਵ, ਜਿਹੜੇ ਜੀਵ ਹਰੀ ਤੋਂ ਵਿਛੜ ਗਏ ਹਨ, ਸੇ ਸੁਖ ਨ ਵਸਨ ਭੈਣ। ਹੈ ਭੈਣੇ, ਉਹ ਤੇ ਸੁਖ ਨਾਲ ਵਸ ਹੀ ਨਹੀਂ ਸਕਦੇ, ਭਾਵ ਸੁਖੀ ਹੋ ਹੀ ਨਹੀਂ ਸਕਦੇ। ਮੈਂ ਕਿੰਨੇ ਵਾਰੀ ਕਿਹਾ ਕਿ ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ, ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ, ਮਿਲਾਪ ਦੇ ਵਿੱਚ ਹਮੇਸ਼ਾ ਸੁੱਖ ਹੁੰਦਾ ਹੈ। ਹੁਣ ਸਾਡੇ ਕੋਲ ਕੋਠੀਆਂ ਵੀ ਨੇ, ਕਾਰਾਂ ਵੀ ਨੇ, ਧੀ ਪੁੱਤਰ ਵੀ ਨੇ, ਨੌਕਰੀਆਂ ਵੀ ਨੇ, ਪੈਸਾ ਵੀ ਹੈ। ਇਸ ਬੰਦੇ ਨੂੰ ਪੁੱਛੇ, ਤੂੰ ਹੁਣ ਕਿਉਂ ਦੁਖੀ ਹੈ ਬਈ? ਵੀ ਸਭ ਕੁਛ ਹੈਗਾ, ਤੂੰ ਫਿਰ ਕਿਉਂ ਦੁਖੀ ਹੈ? ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਦੁਖੀ ਕਿਉਂ ਹੂੰ। ਗੁਰਬਾਣੀ ਕਹਿੰਦੀ, ਤੂੰ ਪਰਮਾਤਮਾ ਵਿਛੜ ਗਿਆ, ਸਭ ਕੁਛ ਹੋਣ ਦੇ ਬਾਵਜੂਦ ਵੀ ਤੂੰ ਵਿਛੜਿਆ ਹੋਇਆ, ਇਸ ਲਈ ਦੁਖੀ ਹੈ। ਉਹਦੇ ਨਾਲ ਮਿਲਾਪ ਉਹਦਾ ਨਾਮ ਜਪ ਕੇ ਹੀ ਹੋ ਸਕਦਾ ਹੈ। ਪਹਿਲਾਂ ਉਸ ਤੋਂ ਮਾफ़ੀ ਮੰਗੋ, ਸੱਚੇ ਪਾਤਸ਼ਾਹ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੀ ਆਗਿਆ ਨਹੀਂ ਮੰਨੀ, ਮੈਂ ਤੇਰਾ ਹੁਕਮ ਨਹੀਂ ਮੰਨਿਆ, ਮੈਂ ਆਪਣੀ ਮਰਜ਼ੀ ਕੀਤੀ, ਤੇਰਾ ਨਾਮ ਨਹੀਂ ਜਪਿਆ, ਪੁੱਠੇ ਸਿੱਧੇ ਕੰਮ ਕੀਤੇ, ਇਸ ਕਰਕੇ ਮੈਂ ਮਨਮੁਖ ਹੋਣ ਕਰਕੇ ਤੇਰੇ ਤੋਂ ਵਿਛੜ ਗਿਆ। ਹੁਣ ਤੇਰੇ ਸੰਤਾਂ ਮਹਾਤਮਾ ਤੋਂ ਮੈਨੂੰ ਗਿਆਨ ਹੋ ਗਿਆ ਹੈ ਕਿ ਮੇਰੇ ਦੁੱਖ ਦਾ ਕਾਰਨ ਤੇਰੇ ਤੋਂ ਵਿਛੋੜਾ ਹੈ। ਹੁਣ ਕਹਿੰਦੇ ਮੇਰੇ 'ਤੇ ਕਿਰਪਾ ਕਰ, ਹੁਣ ਕਹਿੰਦੇ ਕਿਰਪਾ ਕਰ, ਮੈਨੂੰ ਆਪਣੇ ਨਾਲ ਮਿਲਾ ਲੈ। ਸੋ ਜਿਹੜੇ ਪਰਮਾਤਮਾ ਦੇ ਜੀਵ ਵਿਛੜ ਗਏ ਨਾ, ਹੈ ਭੈਣੇ, ਉਹ ਤੇ ਸੁੱਖ 'ਚ ਵਸ ਹੀ ਨਹੀਂ ਸਕਦੇ, ਉਹ ਤੇ ਸੁਖੀ ਹੋ ਹੀ ਨਹੀਂ ਸਕਦੇ। ਹਰ ਪਿਰ ਬਿਨ ਚੈਨ ਨਾ ਪਾਈਏ,
ਖੋਜ ਡਿਠੇ ਸਭ ਗੈਨ। ਗੈਨ ਦਾ ਸ਼ਬਦੀ ਅਰਥ ਹੈ ਆਕਾਸ਼। ਇੱਥੇ ਭਾਵ ਹੈ ਥਾਵਾਂ। ਮੈਂ ਸਾਰੀਆਂ ਥਾਵਾਂ ਖੋਜ ਖੋਜ ਕੇ ਵੇਖ ਲਈਆਂ ਹਨ ਵੀ ਕਿਤੇ ਮੈਨੂੰ ਸ਼ਾਂਤੀ ਮਿਲ ਜੇ। ਕਹਿੰਦੇ ਨਹੀਂ, ਹਰ ਪਿਰ ਬਿਨ ਚੈਨ ਨਾ ਪਈ। ਹਰੀ ਪਤੀ ਤੋਂ ਬਿਨਾਂ ਚੈਨ ਨਹੀਂ ਹੁੰਦਾ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਕਿ ਮੈਂ ਸਾਰੀਆਂ ਥਾਵਾਂ ਖੋਜ ਖੋਜ ਕੇ ਦੇਖ ਲਈ, ਮੈਨੂੰ ਕੋਈ ਐਸੀ ਥਾਂ ਨਹੀਂ ਲੱਭੀ ਜਿੱਥੇ ਮੇਰੇ ਮਨ ਨੂੰ ਸ਼ਾਂਤੀ ਆਵੇ। ਸੋ ਪ੍ਰਭੂ ਪਤੀ ਜੋ ਹੈ ਸਾਡਾ, ਉਸ ਤੋਂ ਬਿਨਾਂ ਸ਼ਾਂਤੀ ਨਹੀਂ ਮਿਲ ਸਕਦੀ। ਆਪ ਕਮਾਣੇ ਵਿਛੜੀ। ਮਨੁੱਖ ਨੇ ਜਿਹੜੇ ਕਰਮ ਕੀਤੇ ਕਮਾਣੇ, ਉਹਦੇ ਕਾਰਨ ਵਿਛੜ ਗਿਆ। ਜਦੋਂ ਅਸੀਂ ਮਨ ਮਰਜ਼ੀ ਦੇ ਕਰਮ ਕਰਦੇ ਹਾਂ, ਉਹ ਕਰਮ ਹਮੇਸ਼ਾ ਹੀ ਪਰਮਾਤਮਾ ਦੇ ਸੁਭਾਅ ਦੇ ਵਿਰੁੱਧ ਹੁੰਦੇ ਨੇ। ਪਤਨੀ ਹੈ, ਉਹ ਪਤੀ ਦੇ ਵਿਚਾਰਾਂ ਦੇ ਵਿਰੁੱਧ ਕਰਮ ਕਰਦੀ ਹੈ, ਤਾਂ ਪਤੀ ਉਹਨੂੰ ਛੱਡ ਦੇਗਾ। ਮੈਂ ਨਹੀਂ ਤੇਰਾ, ਤੂੰ ਮੇਰੀ ਮੰਨਦੀ ਨਹੀਂ, ਆਪਣੀ ਮਰਜ਼ੀ ਕਰਦੀ ਤੇ ਭੱਜਾ, ਮੈਂ ਨਹੀਂ ਤੇਰਾ। ਅਸੀਂ ਆਪਣੇ ਕਰਮਾਂ ਕਾਰਨ ਹੀ ਪਰਮਾਤਮਾ ਤੋਂ ਵਿਛੜ ਗਏ ਹਾਂ। ਦੋਸ਼ ਨਾ ਕਾਹੂ ਦੇਣ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਵੀ ਫਲਾਣੇ ਕਰਕੇ ਮੈਂ ਦੁਖੀ ਹਾਂ ਜੀ। ਸਾਡੀ ਆਦਤ ਹੈ, ਅਸੀਂ ਆਪਣਾ ਕਸੂਰ ਨਹੀਂ ਮੰਨਦੇ, ਅਸੀਂ ਦੂਜਿਆਂ ਨੂੰ ਕਸੂਰਵਾਰ ਮੰਨਦੇ। ਮੁੰਡੇ ਵਾਲੇ ਕਹਿਣਗੇ ਸਾਡੀ ਨੂੰਹ ਨਲਾਇਕ ਹੈ ਜੀ, ਕੁੜੀ ਵਾਲੇ ਕਹਿਣਗੇ ਸਾਡੇ ਮੁੰਡੇ ਜਿਹੜੇ ਸਹੁਰੇ, ਕੁੜੀ ਦੇ ਸਹੁਰੇ, ਉਹ ਨਲਾਇਕ ਨੇ ਜੀ। ਆਪਣਾ ਕਸੂਰ ਕੋਈ ਨਹੀਂ ਮੰਨਦਾ। ਜੇ ਆਪਣਾ ਕਸੂਰ ਬੰਦਾ ਮੰਨ ਲਏ ਤਾਂ ਗੱਲ ਨਿਬੜ ਗਈ ਕੰਮ। ਜਦੋਂ ਗਲਤੀ ਹੋਏਗੀ ਸੌਰੀ ਫੀਲ ਕਰੋ ਵੀ ਅੱਗੇ ਤਾਂ ਨਹੀਂ ਮੈਂ ਕਰਦੀ ਜਾਂ ਕਰਦਾ ਨਹੀਂ, ਬਸ ਮੈਂ ਠੀਕ ਹੈ, ਦੂਜਾ ਗਲਤ ਹੈ। ਉਹ ਕਹਿੰਦਾ ਮੈਂ ਠੀਕ ਹੈ, ਦੂਜਾ ਗਲਤ ਹੈ। ਅਸੀਂ ਆਪਣੇ ਕਰਮਾਂ ਕਾਰਨ ਹੀ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਦੋਸ਼ ਨਾ ਕਾਹੂ ਦੇ। ਕਾਹੂ ਦੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਵੀ ਜੀ ਮੈਂ ਫਲਾਣੇ ਕਾਰਨ ਵਿਛੜ ਗਿਆ ਜਾਂ ਫਲਾਣੇ ਕਾਰਨ ਮੈਂ ਦੁਖੀ ਹਾਂ। ਕਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾ ਹੀ ਕਰਨ ਕਰੇਨ। ਕਰਨ ਕਰੇਨ ਦਾ ਕਰਨ ਕਰਾਉਣ ਵਾਲਾ। ਹੇ ਪਰਮਾਤਮਾ, ਤੇਰੇ ਤੋਂ ਬਿਨਾਂ ਹੋਰ ਕੋਈ ਕੁਝ ਕਰਨ ਕਰਾਉਣ ਵਾਲਾ ਹੀ ਨਹੀਂ ਹੈ। ਇਸ ਲਈ ਤੂੰ ਹੀ ਕਿਰਪਾ ਕਰ ਅਤੇ ਮੈਨੂੰ ਆਪਣੀ ਸ਼ਰਨ 'ਚ ਰੱਖ ਲੈ। ਜਦੋਂ ਅਕਲ ਆਵੇਗੀ ਤਾਂ ਬੰਦਾ ਫਿਰ ਉੱਧਰ ਨੂੰ ਮੁੜੇਗਾ। ਜਦੋਂ ਪਤਾ ਲੱਗੇਗਾ ਕਿ ਮੇਰੇ ਕੋਲ ਸਭ ਕੁਛ ਹੈ, ਮੈਂ ਫਿਰ ਵੀ ਦੁਖੀ ਹਾਂ। ਇੱਕ ਬੰਦਾ ਗਰੀਬ ਹੈ, ਉਹ ਗਰੀਬੀ ਕਾਰਨ ਦੁਖੀ ਹੈ, ਗੱਲ ਸਮਝ ਆ ਰਹੀ ਹੈ। ਸਾਡੇ ਕੋਲ ਸਭ ਕੁਛ ਹੈ, ਫਿਰ ਵੀ ਅਸੀਂ ਦੁਖੀ ਹਾਂ। ਇਸ ਸਾਨੂੰ ਸਮਝ ਹੀ ਨਹੀਂ ਆ ਰਹੀ। ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ। ਗੁਰਬਾਣੀ ਕਹਿੰਦੀ ਤੂੰ ਆਪਣੇ ਕਰਮਾਂ ਕਾਰਨ ਹੀ ਦੁਖੀ। ਕਈ ਵਾਰ ਪਿੱਛੇ ਜਨਾਨੀ ਹੈ, ਉਹ ਜੀ ਮੇਰਾ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ, ਫਲਾਣਾ ਨਹੀਂ ਕਰਦਾ। ਮੈਂ ਪਹਿਲਾਂ ਤੁਸੀਂ ਆਪਣਾ ਨਾਂ ਦੱਸੋ ਜੀ, ਹੁਣ ਘਰ ਦਾ ਨਾਂ ਦੱਸੋ ਜੀ। ਫਿਰ ਗੁਰੂ ਮਹਾਰਾਜ ਪੁੱਛਦਾ, ਉਹ ਕਹਿੰਦੇ ਜਨਾਨੀ ਹੀ ਕਸੂਰਵਾਰ ਹੈ। ਇਹ ਕਸੂਰ ਦਾ ਸੁਭਾਅ ਨਹੀਂ ਠੀਕ ਹੈਗਾ। ਦੋਸ਼ ਉਲਟਾ ਆਪਣੇ ਘਰ ਵਾਲੇ 'ਚ। ਮੈਂ ਤੁਹਾਡਾ ਆਪਣੇ ਸੁਭਾਅ ਠੀਕ ਹੈ, ਆਪਣਾ ਸੁਭਾਅ ਠੀਕ ਕਰੋ। ਜੇ ਸੁਭਾਅ ਠੀਕ ਲਈ ਪਾੜ ਦੇ ਤਾਂ ਮੈਨੂੰ ਦੱਸ, ਪਾੜ ਤੇ ਦੂਜੇ ਲਈ ਦਿੱਤਾ ਜਾਂਦਾ। ਤੈਨੂੰ ਮੈਂ ਦੱਸਦਾ ਤੇਰੇ ਹੀ ਕਸੂਰ ਹੈ, ਤੂੰ ਆਪਣੇ ਆਪ ਨੂੰ ਠੀਕ ਕਰ ਲੈ। ਤੇਰੇ ਘਰ ਵਾਲੇ ਦਾ ਕਸੂਰ ਹੁੰਦਾ, ਫਿਰ ਮੈਂ ਤੈਨੂੰ ਪਾੜ ਦੇ ਦੇਵਾਂ ਵੀ ਆਹ ਪਾੜ ਕਰ, ਤੇਰੇ ਘਰ ਵਾਲਾ ਸਮੱਤ ਆਵੇ। ਕਸੂਰ ਤਾਂ ਤੇਰਾ ਹੈ। ਸੋ ਮੈਂ ਦੇਖਿਆ ਮਨੁੱਖ ਆਪਣਾ ਕਸੂਰ ਨਹੀਂ ਮੰਨਦਾ, ਇਹ ਆਪਣਾ ਦੋਸ਼ ਦੂਜਿਆਂ ਦੇ ਲਾਉਂਦਾ ਹੈ। ਗੁਰਬਾਣੀ ਕਹਿੰਦੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਤੇਰੇ ਕਰਮਾਂ ਦਾ ਹੀ ਹੈ। ਸੋ ਇਸ ਲਈ ਕਹਿੰਦੇ ਹੇ ਪਰਮਾਤਮਾ, ਮੈਨੂੰ ਆਪਣੀ ਸ਼ਰਨ 'ਚ ਰੱਖ ਲੈ। ਹਰ ਤੁਧ ਬਿਨ ਖਾਕੂ ਰੂਲਣਾ, ਕਹੀਏ ਕਿੱਥੇ ਵੈਣ। ਖਾਕ ਫਾਰਸੀ ਦਾ ਸ਼ਬਦ ਹੈ, ਮਿੱਟੀ। ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਖਾਕ ਨਹੀਂ ਬੋਲਣਾ। ਆਪ ਪੁਲਿਸ ਵਾਲੇ ਦੀ ਖਾਕੀ ਵਰਦੀ ਹੁੰਦੀ ਨਾ, ਮਿੱਟੀ ਰੰਗੀ ਵਰਦੀ ਹੁੰਦੀ, ਉਹਨੂੰ ਕਹਿੰਦੇ ਖਾਕੀ। ਪਿੰਡ ਵਾਲੇ ਨੂੰ ਉਸ ਤਰ੍ਹਾਂ ਪੂਰਾ ਨੂੰ ਕਹਿੰਦੇ
ਇਹਦੇ ਖੱਖ ਹੀ ਵਰਦੀ ਪਾਈ ਹੈ, ਉਦੋਂ ਨੇ ਖੱਖੇ ਬਣਾ ਲਈਦੇ ਨੇ। ਹਰ ਤੁਧ ਬਿਨ ਖਾਕੂ ਰੂਲਣਾ, ਕਿ ਪਰਮਾਤਮਾ ਤੇਰੇ ਤੋਂ ਬਿਨਾਂ ਤਾਂ ਐਂ ਹੈ ਜਿਵੇਂ ਮਿੱਟੀ 'ਚ ਰੁਲ ਰਹੇ ਹੋਈਏ। ਕਹੀਏ ਕਿੱਥੇ ਵੈਣ, ਵੈਣ ਦਾ ਹੁੰਦਾ ਦੁਖਦਾਈ ਬੋਲ। ਜਿਵੇਂ ਕਿਸੇ ਬੀਬੀ ਦਾ ਪਤੀ ਮਰ ਜਾਏ, ਫਿਰ ਉਹ ਵੈਣ ਪਾਉਂਦੀ ਹੈ, ਫਿਰ ਉਹ ਵੈਣ ਪਾਉਂਦੀ ਆਪਣਾ ਦੁੱਖ ਦੱਸਦੀ ਹੈ ਬੋਲ ਬੋਲ ਕੇ। ਇੱਥੇ ਭਾਵ ਹੈ ਦੁੱਖ। ਕਹੀਏ ਕਿੱਥੇ ਵੈਣ, ਮੈਂ ਆਪਣਾ ਦੁੱਖ ਕਿੱਥੇ ਦੱਸਾਂ, ਕਿਹਨੂੰ ਦੱਸਾਂ। ਨਾਨਕ ਕੀ ਬੇਨੰਤੀ ਆ, ਗੁਰੂ ਕਹਿੰਦੇ ਮੇਰੀ ਤਾਂ ਇੱਕ ਬੇਨਤੀ ਹੈ। ਹਰ ਸੁਰਜਨ ਦੇਖਾਂ ਨੈਣ, ਵੀ ਹਰੀ ਜਿਹੜਾ ਹੈ ਸੁਰਜਨ, ਇੱਕ ਹੁੰਦਾ ਸੁਰਜਨ, ਇੱਕ ਹੁੰਦਾ ਦੁਰਜਨ। ਦੁਰਜਨ ਭੈੜੇ ਬੰਦੇ ਨੂੰ ਕਹਿੰਦੇ ਨੇ, ਸੁਰਜਨ ਨੇਕ ਇਨਸਾਨ ਨੂੰ ਕਹਿੰਦੇ। ਹੈ ਪਰਮਾਤਮਾ ਤੂੰ ਨੇਕ ਇਨਸਾਨ ਹੈ, ਅਤੇ ਮੇਰੀ ਤਾਂ ਇੱਕੋ ਬੇਨਤੀ ਹੈ, ਦੇਖਾਂ ਨੈਣ, ਮੈਂ ਅੱਖਾਂ ਨਾਲ ਤੇਰੇ ਦਰਸ਼ਨ ਕਰਾਂ, ਮੈਂ ਅੱਖਾਂ ਨਾਲ ਤੇਰੇ ਦਰਸ਼ਨ ਕਰਾਂ। ਬਸ ਇਹ ਮੇਰੀ ਬੇਨਤੀ, ਮੈਨੂੰ ਤੇਰੇ ਦਰਸ਼ਨ ਹੋ ਜਾਣ, ਕਿਉਂਕਿ ਪਰਮਾਤਮਾ ਦੇ ਦਰਸ਼ਨਾਂ 'ਚ ਹੀ ਸਾਰਾ ਸੁੱਖ ਹੈ। ਅੱਗੇ ਕਹਿੰਦੇ ਜੀ ਕੀ ਬਿਰਥਾ, ਖਿਆਲ ਰੱਖਣਾ ਲਿਖਿਆ ਤੇ ਬਿਰਥਾ ਹੈ। ਬਿਰਥਾ ਦਾ ਅਰਥ ਹੁੰਦਾ ਵਿਅਰਥ। ਜਿਵੇਂ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਵੀ ਜਿਹੜਾ ਪਰਮਾਤਮਾ ਦਾ ਭਗਤ ਹੈ, ਜੋ ਅਰਦਾਸ ਕਰਦੇ ਨਾ, ਉਹਦੀ ਅਰਦਾਸ ਵਿਅਰਥ ਨਹੀਂ ਜਾਂਦੀ। ਸੋ ਬਿਰਥਾ ਤਾਂ ਹੁੰਦਾ ਵਿਅਰਥ। ਇਹ ਹਿੰਦੀ ਦਾ ਸ਼ਬਦ ਹੈ ਬ੍ਰਿਥਾ, ਹਿੰਦੀ ਦਾ ਸ਼ਬਦ ਹੈ ਬ੍ਰਿਥਾ। ਉਸ ਤੋਂ ਬੜੇ ਇਹਨੂੰ ਬਿਰਥਾ ਨਹੀਂ ਬੋਲਣਾ, ਇਹਨੂੰ ਪੜ੍ਹਨਾ ਬ੍ਰਿਥਾ। ਇਹ ਬੱਬੇ ਦੇ ਪੈਰ 'ਚ ਰਾਰਾ ਲਾ ਕੇ ਬੋਲਣਾ। ਜਦ ਆਪਾਂ ਬੱਬੇ ਦੇ ਪੈਰ 'ਚ ਰਾਰਾ ਪਾਵਾਂਗੇ ਤਾਂ ਜਿਹੜੀ ਬੱਬੇ ਨੂੰ ਸਿਆਰੀ ਕਿਹਦੇ ਨਾਲ ਬੋਲੀ ਜਾਏਗੀ, ਰਾਰੇ ਨਾਲ, ਅਤੇ ਬਣ ਜਾਏਗਾ ਬ੍ਰਿਥਾ। ਦੁੱਖ, ਮਨ ਦੇ ਦੁੱਖ ਨੂੰ ਕਹਿੰਦੇ ਬ੍ਰਿਥਾ ਹਿੰਦੀ 'ਚ। ਜੀ ਕੀ ਬ੍ਰਿਥਾ ਸੋ ਸੁਣੇ, ਹਰ ਸਮਰਿਥ ਪੁਰਖ ਅਪਾਰ, ਮਰਨ ਜੀਵਨ ਆਰਾਧਨਾ, ਸਭਨਾ ਕਾ ਆਧਾਰ, ਸਸੁਰੈ ਪਈਏ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ, ਉੱਚਾ। ਪੰਜਾਬੀ ਦਾ ਸ਼ਬਦ ਹੈ ਉੱਚਾ, ਹਿੰਦੀ 'ਚ ਹੁੰਦਾ ਉੱਚਾ। ਇਹਨੂੰ ਉੱਚਾ ਨਹੀਂ ਪੜ੍ਹਨਾ। ਉੱਚਾ ਅਗੰਮ, ਅਗੰਮ ਸੰਸਕ੍ਰਿਤ ਦਾ ਸ਼ਬਦ ਹੈ, ਇਹਨੂੰ ਅਗਮ ਨਹੀਂ ਪੜ੍ਹਨਾ। ਇਹ ਅਗਮ ਨਹੀਂ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਗੱਗੇ ਦੀ ਟਿੱਪੀ ਲਾ ਕੇ ਬੋਲਣਾ ਹੈ ਅਗੰਮ। ਉੱਚਾ ਅਗੰਮ ਅਗਾਧ ਬੋਧ, ਕਿਛ ਅੰਤ ਨ ਪਾਰਾਵਾਰ, ਸੇਵਾ ਸਾ ਤਿਸ ਭਾਵ ਸੀ, ਸੰਤਾਂ ਤੱਤੇ ਨੂੰ ਕਰਨਾ ਬਿੰਦੇ, ਸੰਤਾਂ ਕੀ ਹੋਏ ਛਾਰ, ਦੀਨਾ ਨਾਥ ਦਇਆਲ ਦੇਵ, ਪਤਿਤ ਉਦਾਹਰਨ ਹਾਰ, ਆਦ ਜੁਗਾਦੀ ਰਖਦਾ, ਸਚ ਨਾਮ ਕਰਤਾਰ, ਕੀਮਤ ਕੋਇ ਨ ਜਾਣੀ, ਕੋ ਨਾਹੀ ਤੋਲਣ ਹਾਰ, ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸ਼ੁਮਾਰ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਬੋਲੇ, ਫਾਰਸੀ ਦਾ ਸ਼ਬਦ ਹੈ, ਇਹਨੂੰ ਸੁਮਾਰ ਨਹੀਂ ਪੜ੍ਹਨਾ। ਜੇ ਕੋਈ ਫਾਰਸੀ ਵਾਲਾ ਬੈਠਾ ਹੋਇਆ ਤਾਂ ਉਹ ਕਹਿ ਬੋਲ ਨਹੀਂ ਆਉਂਦਾ। ਜਿਵੇਂ ਆਪਾਂ ਕਹਦੇ ਹਾਂ, ਮੰਨ ਲਓ ਇੰਗਲਿਸ਼ ਪੜ੍ਹ ਰਿਹਾ ਮੈਂ ਬੋਲਦੇ ਹੀ ਇਜ਼ ਟਾਲਕਿੰਗ, ਲਿਖਿਆ ਤਾਂ ਟਾਲਕਿੰਗ ਹੀ ਹੈ ਨਾ, ਅਤੇ ਮੈਂ ਬੋਲੇ ਹੀ ਇਜ਼ ਟਾਲਕਿੰਗ, ਅਤੇ ਅੱਗੇ ਅੰਗਰੇਜ਼ੀ ਵਾਲਾ ਬੈਠਾ, ਉਹ ਕਹੇ ਕਿਆ ਯਾਰ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਸ਼ੁਮਾਰ ਫਾਰਸੀ ਦਾ ਸ਼ਬਦ ਹੈ ਗਿਣਤੀ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸ਼ੁਮਾਰ, ਦਿਨ ਰੈਣ ਜੇ ਪ੍ਰਭ ਕੋ ਸੇਵਦੇ, ਜਾਂ ਸੀਵਦੇ, ਇੱਕੋ ਹੀ ਗੱਲ। ਦਿਨ ਕਹਿ ਸਦ ਬਲਿਹਾਰ। ਪੰਚਮ ਪਾਤਸ਼ਾਹ ਕਹਿੰਦੇ
ਜੀ ਕੀ ਬ੍ਰਿਥਾ ਸੋ ਸੁਣੇ। ਇਹ ਮਨ ਦੀ ਪੀੜਾ, ਮਨ ਦਾ ਦੁੱਖ ਉਹੀ ਸੁਣ ਸਕਦਾ ਹੈ। ਹਰ ਸਮਰਿੱਥ ਪੁਰਖ ਅਪਾਰ, ਪਰਮਾਤਮਾ ਜੋ ਸਮਰੱਥ ਹੈ, ਪੁਰਖ ਜੋ ਸਾਰਿਆਂ ਦੇ ਵਿੱਚ ਵਸਦਾ ਹੈ, ਅਪਾਰ ਜੋ ਬੇਅੰਤ ਹੈ, ਮਨ ਦੀ ਅਵਸਥਾ, ਦੁੱਖ ਦੀ ਅਵਸਥਾ, ਮਨ ਦੀ ਪੀੜਾ ਨੂੰ ਉਹੀ ਸੁਣ ਸਕਦਾ ਹੈ। ਦੂਜੇ ਕੋਲ ਤੇ ਹੱਲ ਹੀ ਨਹੀਂ ਹੈ। ਦੂਜੇ ਕੋਲੇ ਸਾਡੇ ਦੁੱਖ ਦਾ ਹੱਲ ਹੀ ਨਹੀਂ ਹੈਗਾ। ਕਿਸੇ ਨੂੰ ਆਪਣਾ ਦੁੱਖ ਦੱਸੋ, ਮੈਨੂੰ ਕਈ ਆ ਕੇ ਦੁੱਖ ਦੱਸ ਦੇ, ਉਹ ਜੀ ਬਾਬਾ ਜੀ ਮੇਰਾ ਲੱਕ ਦੁਖਦਾ, ਅੱਗੋਂ ਮੈਂ ਕਹਿੰਦਾ ਭੈਣੇ ਮੇਰਾ ਮੋਢਾ ਦੁਖਦਾ। ਉਹ ਤੇ ਆਏ ਸੀ ਬਾਬਾ ਜੀ ਕੋਈ ਹਾਲ ਕਰਵਾਈਏ ਲੱਕ ਦੁਖਣ ਦਾ, ਤੇ ਅੱਗੇ ਬਾਬੇ ਦਾ ਮੋਢਾ ਦੁਖ ਰਿਹਾ। ਜਿਹਨੂੰ ਦੁੱਖ ਦੱਸੋਗੇ ਉਹ ਆਪ ਹੀ ਅੱਗੋਂ ਦੁਖੀ ਹੈ। ਇਸ ਲਈ ਦੁੱਖ ਤੇ ਉਹਨੂੰ ਦੱਸਣਾ ਚਾਹੀਦਾ ਹੈ ਜਿਹੜਾ ਤੁਹਾਡੇ ਦੁੱਖ ਨੂੰ ਦੀ ਥਾਂ ਤੇ ਤੁਹਾਨੂੰ ਸੁੱਖ ਦੇ ਸਕੇ। ਸੋ ਪਰਮਾਤਮਾ ਸਮਰੱਥ ਹੈ, ਪੁਰਖ ਉਹ ਸਭ ਦੇ ਵਿੱਚ ਵਸਦਾ ਹੈ, ਅਪਾਰ ਉਹ ਬੇਅੰਤ ਹੈ। ਉਹੀ ਸਾਡੇ ਮਨ ਦੇ ਦੁੱਖ ਨੂੰ ਜਾਣਦਾ ਹੈ ਅਤੇ ਸੁਣਦਾ ਹੈ। ਇਸ ਲਈ ਆਪਣਾ ਦੁੱਖ ਪਰਮਾਤਮਾ ਨੂੰ ਦੱਸਣਾ ਚਾਹੀਦਾ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ, ਪਰਮਾਤਮਾ ਸਾਰਿਆਂ ਦਾ ਆਸਰਾ ਹੈ। ਇਸ ਲਈ ਜਨਮ ਤੋਂ ਲੈ ਕੇ ਮਰਨ ਤੱਕ ਉਹਦੀ ਆਰਾਧਨਾ ਕਰਨੀ ਚਾਹੀਦੀ ਹੈ, ਉਹਦਾ ਨਾਮ ਜਪਣਾ ਚਾਹੀਦਾ। ਇਹ ਨਹੀਂ ਮੈਂ ਜੀ ਵੱਡਾ ਹੋ ਲਾਂ ਫਿਰ ਨਾਮ ਜਪਾਂਗਾ, ਮੈਂ ਜੀ ਪੜ੍ਹਾਈ ਪੂਰੀ ਕਰ ਲਾਂ ਫਿਰ ਨਾਮ ਜਪਾਂਗਾ, ਮੈਂ ਨੌਕਰੀ 'ਤੇ ਲੱਗ ਲਾਂ ਫਿਰ ਨਾਮ ਜਪਾਂਗਾ, ਮੈਂ ਵਿਆਹ ਕਰਾ ਲਾਂ ਫਿਰ ਨਾਮ ਜਪਾਂਗਾ, ਮੈਂ ਬੱਚੇ ਵਿਆਹ ਲਾਂ ਫਿਰ ਨਾਮ ਜਪਾਂਗਾ, ਮੈਂ ਰਿਟਾਇਰ ਹੋ ਲਾਂ ਫਿਰ ਜਪਾਂਗਾ। ਐਂ ਤਾਂ ਕਦੇ ਨਹੀਂ ਜਪਣਾ, ਐ ਨਹੀਂ ਜਪਣਾ। ਇਹ ਸਭ ਬਹਾਨੇਬਾਜ਼ੀਆਂ ਹੁੰਦੀਆਂ, ਇਹ ਸਭ ਬਹਾਨੇਬਾਜ਼ੀ। ਕਿਸੇ ਨੇ ਕਹੋ 4 ਵਜੇ ਉੱਠਿਆ ਕਰੋ, ਕਿੱਥੇ ਜੀ ਉੱਠ ਹੀ ਨਹੀਂ ਹੁੰਦਾ। ਜੇ ਮੁੰਡੇ ਦੀ ਇੰਟਰਵਿਊ ਚੰਡੀਗੜ੍ਹ 8 ਵਜੇ ਹੈ ਅਤੇ ਪਟਿਆਲੇ ਤੋਂ ਮੁੰਡੇ ਨੂੰ ਚੰਡੀਗੜ੍ਹ 8 ਵਜੇ ਤੋਂ ਪਹਿਲਾਂ ਲੈ ਕੇ ਜਾਣਾ, ਫਿਰ ਪਿਓ ਪੁੱਤ ਮਾਂ ਸਾਰੇ 3 ਵਜੇ ਉੱਠੇ ਹੋਣਗੇ ਵੀ ਉੱਠੋ ਬਈ ਨਹਾਓ ਧੋ ਫਟਾਫਟ ਕਰੋ, ਕੋਈ ਬੱਸ ਫੜੀਏ ਵੇਲੇ ਸਿਰ ਪਹੁੰਚੀਏ, ਕਿਤੇ ਲੇਟ ਨਾ ਹੋ ਜਾਈਏ, ਇੰਟਰਵਿਊ ਨਾ ਕਿਤੇ ਲੰਘ ਜਾਏ। ਫਿਰ ਉੱਠ ਪੈਂਦਾ, ਨਾਮ ਜਪ ਲੈ, ਫਿਰ ਬਹਾਨੇ ਬਣਦਾ। ਉੱਠ ਸਕਦਾ, ਅਸੀਂ ਬਹਾਨੇਬਾਜ਼ ਹਾਂ। ਪਰਮਾਤਮਾ ਨੂੰ ਪਤਾ ਹੈ ਵੀ ਉੱਠ ਸਕਦਾ, ਇਹ ਜਾਣ ਕੇ ਨਹੀਂ ਉੱਠਦਾ। ਸੋ ਕਹਿੰਦੇ ਪਰਮਾਤਮਾ ਸਾਰਿਆਂ ਦਾ ਆਧਾਰ ਹੈ, ਸਾਰਿਆਂ ਦਾ ਓਟ ਆਸਰਾ ਹੈ, ਉਹਨੂੰ ਸਾਰੀ ਉਮਰ ਆਰਾਧਨਾ ਚਾਹੀਦਾ। ਜੀ ਮਰਨ ਜੀਵਨ ਆਰਾਧਨਾ, ਜਨਮ ਤੋਂ ਲੈ ਕੇ ਮਰਨ ਤੱਕ ਉਹਦੀ ਆਰਾਧਨਾ ਕਰਨਾ, ਉਹਦਾ ਨਾਮ ਜਪਣਾ ਚਾਹੀਦਾ। ਸਸੁਰੈ ਪਈਐ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ। ਪਰਮਾਤਮਾ ਦਾ ਪਰਿਵਾਰ ਬਹੁਤ ਵੱਡਾ। ਦੇਖੋ 84 ਲੱਖ ਜੂਨੀਆਂ ਦੇ ਜੀਵ, ਇਹ ਸਾਰਾ ਪਰਮਾਤਮਾ ਦਾ ਪਰਿਵਾਰ ਹੈ। ਸਸੁਰੈ ਹਿੰਦੀ ਦਾ ਸ਼ਬਦ ਹੈ। ਸਸੁਰ ਸਹੁਰੇ ਨੂੰ ਕਹਿੰਦੇ, ਆਪਾਂ ਸਹੁਰਾ ਕਹਿੰਦੇ, ਹਿੰਦੀ ਕਹਿੰਦੇ ਨੇ ਸਸੁਰ। ਮੁੰਡਾ ਸਸੁਰ ਤੋਂ ਬਣਿਆ ਸਸੁਰਾਲ, ਮੁੰਡਾ ਸਸੁਰਾਲ ਗਿਆ, ਆਪਾਂ ਕਹਿੰਦੇ ਸਹੁਰੇ ਘਰ ਗਿਆ। ਪਈਏ ਮੈਨੇ ਪੇਕਾ, ਪੇ ਬਾਪ ਨੂੰ ਕਹਿੰਦੇ ਨੇ। ਕੁੜੀ ਜੀ ਪੇਕੇ ਗਈ ਹੈ, ਪੇ ਕੇ ਬਾਪ ਦੇ ਘਰ ਗਈ ਹੈ, ਪੇਕੇ ਉਸ ਬਣੇ ਪਈ ਹੈ। ਸਸੁਰ ਸਹੁਰੇ ਨੂੰ ਕਹਿੰਦੇ, ਸਸੁਰ ਹੈ ਪਈਏ ਤਿਸ ਕੰਤ ਕੀ। ਚਾਹੇ ਅਸੀਂ ਲੋਕ ਵਿੱਚ ਹਾਂ, ਸਸੁਰ ਹੈ ਪਈਏ, ਪਈਏ ਲੋਕ ਹੁੰਦਾ, ਸਸੁਰ ਹੈ ਪਰਲੋਕ ਤੋਂ ਭਾਵ ਹੈ। ਚਾਹੇ ਅਸੀਂ ਲੋਕ 'ਚ ਹਾਂ, ਚਾਹੇ ਅਸੀਂ ਪਰਲੋਕ 'ਚ ਹਾਂ, ਅਸੀਂ ਉਸ ਪ੍ਰਭੂ ਪਤੀ ਦੇ ਹੀ ਹਾਂ, ਉਹੀ ਸਾਡਾ ਪਤੀ ਹੈ। ਪਰਮਾਤਮਾ ਹੀ ਸਾਡਾ ਕੰਤ ਹੈ, ਸਾਡਾ ਪਤੀ ਹੈ।
ਉਹਨੂੰ ਲੋਕ ਪਰਲੋਕ ਦੇ ਵਿੱਚ ਉਹਨੂੰ ਯਾਦ ਕਰਦੇ ਰਹਿਣਾ ਚਾਹੀਦਾ। ਉਹ ਪਰਮਾਤਮਾ ਜਿਹਦਾ ਬਹੁਤ ਵੱਡਾ ਪਰਿਵਾਰ ਹੈ, ਊਂਚਾ ਅਗੰਮ ਅਗਾਧ ਬੋਧ ਕਿਛ ਅੰਤ ਨਾ ਪਾਰਾਵਾਰ। ਉਹ ਬਹੁਤ ਉੱਚਾ ਹੈ। ਇਹ ਨਹੀਂ ਕੋਈ 100 ਫੁੱਟ 200 ਫੁੱਟ ਉੱਚਾ ਹੈ, ਪਰ ਬਹੁਤ ਮਹਾਨ ਹੈ, ਗ੍ਰੇਟ ਹੈ। ਪਰਮਾਤਮਾ ਬਹੁਤ ਮਹਾਨ ਹੈ। ਅਗੰਮ ਹੁੰਦਾ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ। ਸਾਡੀਆਂ ਇੰਦਰੀਆਂ ਦੀ ਪਰਮਾਤਮਾ ਤੱਕ ਪਹੁੰਚ ਹੀ ਨਹੀਂ ਹੈ। ਅਗਾਧ ਬੋਧ ਹੁੰਦਾ ਜਿਹਨੂੰ ਅਥਾਹ ਗਿਆਨ ਹੋਵੇ। ਬੋਧ ਬਣੇ ਗਿਆਨ, ਜਿਹਦਾ ਗਿਆਨ ਅਥਾਹ ਹੈ, ਬੇਅੰਤ ਗਿਆਨ ਹੈ। ਸਾਰਾ ਗਿਆਨ ਪਰਮਾਤਮਾ ਤੋਂ ਹੀ ਆਉਂਦਾ ਹੈ। ਬੰਦਾ ਭਾਵੇਂ ਟੋਟਲ ਅਨਪੜ੍ਹ ਹੋਵੇ, ਜੇ ਵਾਹਿਗੁਰੂ 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 ਸਾਲਾਂ ਬੱਧੀ ਕਰਦੇ ਨੇ, ਉਹ ਵਿਦਵਾਨਾਂ ਤੋਂ ਵੀ ਵੱਧ ਸਿਆਣਾ ਹੋ ਸਕਦਾ। ਉਹ ਵਿਦਵਾਨਾਂ ਤੋਂ ਵੀ ਵੱਧ ਸਿਆਣਾ ਹੋ ਸਕਦਾ। ਆ ਜਿਨ੍ਹਾਂ ਭਗਤਾਂ ਦੀ ਬਾਣੀ ਹੈ, ਹੁਣ ਕਬੀਰ ਸਾਹਿਬ ਕਿਹੜੇ ਸਕੂਲ 'ਚ ਪੜ੍ਹਨ ਗਏ ਜੀ? ਵਾਲੇ ਮੰਦਿਰਾਂ 'ਤੇ ਵੜਨ ਨਹੀਂ ਸੀ ਦਿੰਦੇ। ਉਸ ਵੇਲੇ ਪੜ੍ਹਾਈ ਜਾਂ ਤਾਂ ਮਦਰਸਿਆਂ 'ਚ ਹੁੰਦੀ ਸੀ, ਭਾਵ ਮਸੀਤਾਂ 'ਚ, ਅਤੇ ਜਾਂ ਮੰਦਿਰਾਂ 'ਚ ਹੁੰਦੀ ਸੀ। ਹੋਰ ਤਾਂ ਅੱਜ ਦੀ ਤਰ੍ਹਾਂ ਪੜ੍ਹਾਈ ਦਾ ਪ੍ਰਬੰਧ ਹੀ ਨਹੀਂ ਸੀ ਕੋਈ ਸਕੂਲ। ਇਹ ਤਾਂ ਅੰਗਰੇਜ਼ ਲੈ ਕੇ ਨੇ ਸਕੂਲ ਅਤੇ ਕਾਲਜ ਦਾ। ਇਹ ਤਾਂ ਅੰਗਰੇਜ਼ਾਂ ਵੇਲੇ ਸ਼ੁਰੂ ਹੋਏ ਸਕੂਲ ਕਾਲਜ। ਪਹਿਲਾਂ ਕਿਹਾ ਕਿ ਤੂੰ ਕਿੱਥੋਂ ਤੱਕ ਪੜ੍ਹਿਆ? ਕਹਿੰਦੇ ਮੈਂ ਗੁਰਦੁਆਰੇ ਤੱਕ ਪੜ੍ਹਿਆ। ਬਸ ਗੁਰਦੁਆਰੇ ਦੇ ਭਾਈ ਤੋਂ ਪੜ੍ਹਦੇ ਸੀ। ਅੱਜ ਦੀ ਤਰ੍ਹਾਂ ਟੀਚਰ ਹੁੰਦਾ ਹੀ ਨਹੀਂ ਸੀ। ਤੂੰ ਕਿੱਥੋਂ ਤੱਕ ਪੜ੍ਹਿਆ? ਜੀ ਮੈਂ ਗੁਰਦੁਆਰੇ ਤੱਕ ਪੜ੍ਹਿਆ। ਬਸ ਹੁਣ ਇਹ ਜਿਹੜਾ ਤਬਕਾ ਸੀ, ਹੁਣ ਜਿਹੜੇ ਭਗਤ ਰਵਿਦਾਸ ਉਹ ਜਾਤ ਦੇ ਚਮਿਆਰ ਸਨ, ਕਬੀਰ ਸਾਹਿਬ ਜਾਤ ਦੇ ਜੁਲਾਹੇ ਸਨ, ਸੈਣ ਜੀ ਜਾਤ ਦੇ ਨਾਈ ਸਨ, ਅਤੇ ਸਦਰਾਂ ਜੀ ਕਸਾਈ ਸਨ। ਇਸ ਤਰ੍ਹਾਂ ਇਹ ਨੀਵੀਆਂ ਜਾਤਾਂ ਦੇ ਲੋਕ ਸਨ। ਇਹਨਾਂ ਨੂੰ ਤਾਂ ਮੰਦਿਰਾਂ 'ਚ ਵੜਨ ਨਹੀਂ ਸੀ ਦਿੰਦੇ। ਪੜ੍ਹਾਉਣਾ ਕਿੰਨੇ ਹੈ? ਅਤੇ ਤੁਸੀਂ ਹੈਰਾਨ ਹੋਵੋਗੇ, ਇਹ ਅਨਪੜ੍ਹ ਲੋਕ ਜਿਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਹੈਰਾਨ ਦੀ ਗੱਲ ਨਹੀਂ। ਬੰਦਾ ਅਨਪੜ੍ਹ ਹੈ, ਉਹਨਾਂ ਦੀ ਬਾਣੀ ਨੂੰ ਸਮਝਣ ਲਈ ਘੱਟ ਤੋਂ ਘੱਟ ਐਮ ਏ ਕਰਨੀ ਪੈਂਦੀ। ਉਹਦੀ ਬਾਣੀ ਵਿੱਚ ਸਮਝ ਨਹੀਂ ਆਉਂਦੀ। ਅਨਪੜ੍ਹ ਦੀ ਬਾਣੀ ਨੂੰ ਸਮਝਣ ਲਈ ਵੀ ਬਹੁਤ ਪੜ੍ਹਾਈ ਦੀ ਲੋੜ ਹੈ। ਮੈਂ ਕਈ ਵਾਰ ਹੈਰਾਨ ਹੁੰਦਾ ਵੀ ਇਹ ਬੰਦੇ ਅਨਪੜ੍ਹ ਸਨ, ਇਹ ਤਾਂ ਸਕੂਲ 'ਚ ਗਏ ਹੀ ਨਹੀਂ। ਜਦੋਂ ਇਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ, ਬਸ ਅੰਦਰ ਗਿਆਨ ਹੀ ਗਿਆਨ ਹੋ ਗਿਆ। ਬਸ ਅਨਪੜ੍ਹ ਬੰਦਾ ਵੀ ਦੇਖੋ ਬਾਣੀ ਲਿਖ ਰਿਹਾ ਹੈ। ਜਿਹੜਾ ਪੜ੍ਹੇ ਹੀ ਨਹੀਂ ਉਹਨੂੰ ਲਿਖਣਾ ਕਿੱਥੋਂ ਆਵੇਗਾ? ਪਹਿਲਾਂ ਤਾਂ ਪੜ੍ਹਿਆ ਜਾਂਦਾ, ਲਿਖਣਾ ਤਾਂ ਫੇਰ ਹੀ ਟੀਚਰ ਉਹਨੂੰ ਸਿਖਾਉਂਦੇ ਨੇ। ਇਹ ਪੜ੍ਹੇ ਹੀ ਨਹੀਂ, ਅਤੇ ਪਰ ਇਹਨਾਂ ਇੰਨੀ ਜ਼ਬਰਦਸਤ ਬਾਣੀ ਲਿਖਤੀ ਕਿ ਜਿਹੜੀ ਸ਼੍ਰੀ ਗੁਰੂ ਗ੍ਰੰਥ ਦਰਜ ਹੋ ਗਈ। ਅਨਪੜ੍ਹ ਬੰਦਾ ਵੀ ਜਦੋਂ ਪਰਮਾਤਮਾ ਦੀ ਪ੍ਰਾਪਤੀ ਕਰੇ, ਦੁਨੀਆ ਭਰ ਦਾ ਗਿਆਨ ਹੋ ਜਾਂਦਾ ਉਸਨੂੰ। ਹੁਣ ਦੁਨੀਆ ਭਰ ਦਾ ਗਿਆਨ ਹੁੰਦਾ। ਵਾਲਮੀਕ ਰਾਮਾਇਣ ਜਿਹਨਾਂ ਲਿਖੀ, ਉਹਨਾਂ ਨੇ ਮੈਂ ਇੱਕ ਵਾਰੀ ਫਿਲਮ ਵੇਖ ਰਿਹਾ। ਹੁਣ ਵਾਲਮੀਕ ਨੂੰ ਗਿਆਨ ਤਾਂ ਹੋ ਗਿਆ, ਗਿਆਨ ਹੋ ਗਿਆ। ਬੰਦਾ ਅਨਪੜ੍ਹ ਹੈ। ਕਾਗਜ਼ ਵੀ ਕੋਲ ਹੈ। ਅੱਜ ਦੀ ਤਰ੍ਹਾਂ ਕਾਗਜ਼ ਨਹੀਂ ਸੀ ਹੁੰਦੇ, ਭੋਜ ਪੱਤਰ ਹੁੰਦੇ ਸੀ, ਉਹਨਾਂ ਉੱਤੇ ਲਿਖਿਆ ਕਰਦੇ ਸੀ। ਉਹ ਵੀ ਹੈ ਕੋਲ, ਸਿਆਹੀ ਵੀ ਹੈ। ਜਿਹੜਾ ਮੋਰ ਖੰਭ ਹੈ ਕਲਮ ਦਾ ਕੰਮ ਕਰਦਾ, ਉਹ ਵੀ ਕੋਲ ਹੈ। ਉਹਨਾਂ ਨੇ ਉਹ ਡਬੋਲਿਆ ਸਿਆਹੀ 'ਚ, ਹੱਥ 'ਚ ਫੜਿਆ ਹੋਇਆ। ਹੁਣ ਲਿਖਣਾ ਔੜ ਨਹੀਂ ਰਿਹਾ, ਐਂ ਹੱਥ ਕਰ ਰਿਹਾ, ਅਤੇ ਫਿਰ ਬਸ ਲਿਖਣਾ ਸ਼ੁਰੂ ਕਰ। ਅਨਪੜ੍ਹ ਬੰਦਾ ਅਤੇ ਸੰਸਕ੍ਰਿਤ ਦੇ ਵਿੱਚ ਲਿਖਿਆ ਅਗਲੇ ਰਾਮਾਇਣ। ਗਿਆਨ ਦੁਨੀਆ ਭਰ ਦਾ ਹੋ ਜਾਂਦਾ। ਬ੍ਰਹਮ ਗਿਆਨ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਰੱਬ ਦਾ ਗਿਆਨ ਹੋ ਗਿਆ, ਬਾਕੀ ਕਿਹੜਾ ਉਹਦੇ ਕੋਲ ਗਿਆਨ? ਕਿਸੇ ਗਿਆਨ ਦੀ ਕਮੀ ਨਹੀਂ ਰਹਿ ਜਾਂਦੀ। ਇਸ ਲਈ ਪਰਮਾਤਮਾ ਨੂੰ ਕਹਿੰਦੇ ਅਗਾਧ ਬੋਧ। ਬੋਧ ਗਿਆਨ ਨੂੰ ਕਹਿੰਦੇ ਨੇ, ਜੋ ਅਥਾਹ ਗਿਆਨ ਦਾ ਮਾਲਕ ਹੈ। ਪਰਮਾਤਮਾ ਉੱਚਾ ਹੈ, ਬਹੁਤ ਮਹਾਨ ਹੈ, ਅਗੰਮ ਹੈ। ਸਾਡੀਆਂ ਇੰਦਰੀਆਂ ਉਹਦੇ ਤੱਕ ਨਹੀਂ ਪਹੁੰਚ ਸਕਦੀਆਂ।
ਅਗਾਧ ਬੋਧ ਹੈ, ਉਹ ਬੇਅੰਤ ਗਿਆਨ ਦਾ ਮਾਲਕ ਹੈ। ਕਿਛ ਅੰਤ ਨਾ ਪਾਰਾਵਾਰ, ਉਹਦਾ ਕੋਈ ਉਰਲਾ ਬਰਲਾ ਬਣਨਾ ਹੀ ਨਹੀਂ ਹੈਗਾ। ਭਾਵ ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ। ਕਾਕੇ ਪਾਰਾਵਾਰ ਦੋ ਸ਼ਬਦਾਂ ਤੋਂ ਬਣੇ। ਪਾਰ ਉਰਵਾਰ। ਪਾਰ ਮੈਨੇ ਪਰਲਾ ਬਣਨਾ, ਉਰਵਾਰ ਮੈਨੇ ਉਰਲਾ ਬਣਨਾ। ਨਾ ਕੋ ਪਰਮਾਤਮਾ ਦਾ ਇਹ ਪਤਾ ਵੀ ਇੱਥੋਂ ਸ਼ੁਰੂ ਹੁੰਦਾ ਤੇ ਨਾ ਇਹ ਪਤਾ ਵੀ ਉੱਥੇ ਜਾ ਕੇ ਮੁੱਕਦਾ ਹੈ। ਉਹ ਬੇਅੰਤ ਹੈ। ਸੇਵਾ ਸਾਤ ਇਸ ਭਾਵ ਸੀ, ਸੰਤਾਂ ਕੀ ਹੋਏ ਛਾਰ। ਛਾਰ ਹੁੰਦੇ ਚਰਨ ਧੂੜ, ਹੁੰਦੀ ਛਾਰ ਹੁੰਦੀ ਮਿੱਟੀ ਸੁਆਹ, ਇੱਥੇ ਭਾਵ ਹੈ ਚਰਨ ਧੂੜ। ਜਿਹੜਾ ਸੰਤਾਂ ਦੀ ਚਰਨ ਧੂੜ ਬਣ ਜੇ, ਭਾਵ ਨਿਮਰਤਾ ਸਹਿਤ ਸੰਤਾਂ ਦੀ ਸੰਗਤ ਕਰੇ, ਸੰਤਾਂ ਦੀ ਸੇਵਾ ਕਰੇ। ਸੇਵਾ ਸਾਤ ਇਸ ਭਾਵ, ਇਹ ਸੇਵਾ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਨਿਮਰਤਾ ਸਹਿਤ ਸੰਤਾਂ ਦੀ ਸੰਗਤ ਕਰਨਾ, ਸੰਤਾਂ ਦੀ ਸੇਵਾ ਕਰਨਾ, ਇਹ ਸੇਵਾ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਦੀਨਾਨਾਥ ਦਇਆਲ ਦੇਵ, ਪਤਿਤ ਉਦਾਹਰਣ ਹਾਰ। ਦੀਨ ਨਿਮਾਣੇ ਨਿਤਾਣੇ, ਨਾਥ ਦਾ ਮਾਲਕ ਪਰਮਾਤਮਾ ਨਿਮਾਣੇ ਨਿਤਾਣਿਆਂ ਦਾ ਮਾਲਕ ਹੈ। ਦਇਆਲ ਦੇਵ, ਉਹ ਬੜਾ ਦਿਆਲੂ ਹੈ। ਪਤਿਤ ਪਾਪੀ, ਉਦਾਹਰਣ ਹਾਰ, ਪਾਪੀਆਂ ਦਾ ਭਲਾ ਕਰਨ ਵਾਲਾ ਹੈ। ਕੋਈ ਵੀ ਪਾਪੀ ਉਹਦੀ ਸ਼ਰਨ ਚ ਆ ਜਾਏ, ਪਰਮਾਤਮਾ ਨੂੰ ਬਖਸ਼ ਦਿੰਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਪਰਮਾਤਮਾ ਦਾ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਚ ਆ ਜਾਂਦਾ ਸੱਚੇ ਦਿਲੋਂ, ਉਹਨੂੰ ਆਪਣੇ ਗਲ ਨਾਲ ਲਾ ਦਿੰਦਾ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਬਾਰਕ ਪਾਵੇ, ਉਹਦੇ ਪਿਛਲੇ ਔਗਣ ਬਖਸ਼ ਦਿੰਦਾ, ਉਹਨੂੰ ਸਿੱਧੇ ਰਾਹ ਪਾ ਦਿੰਦਾ। ਸੋ ਹੇ ਪਰਮਾਤਮਾ, ਤੂੰ ਦੀਨਾਂ ਦਾ ਨਾਥ ਹੈ, ਤੂੰ ਦਿਆਲ ਦੇਵ ਹੈ, ਦਿਆਲੂ ਹੈ। ਪਤਿਤ ਉਦਾਹਰਣ ਹਾਰ, ਤੂੰ ਪਾਪੀਆਂ ਦਾ ਭਲਾ ਕਰਨ ਵਾਲਾ ਹੈ, ਪਾਪੀਆਂ ਨੂੰ ਤਾਰਨ ਵਾਲਾ ਹੈ। ਆਦ ਜੁਗਾਦੀ ਰੱਖਦਾ, ਸੱਚ ਨਾਮ ਕਰਤਾ। ਪਰਮਾਤਮਾ ਦਾ ਨਾਮ ਸੱਚ ਹੈ, ਸਦੀਵੀ ਹੈ। ਪਰਮਾਤਮਾ ਆਪ ਹੀ ਸਦਾ ਰਹਿਣ ਵਾਲਾ ਹੈ, ਇਸ ਲਈ ਉਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ। ਉਹ ਆਦ ਜੁਗਾਤ ਤੋਂ ਆਪਣੇ ਭਗਤਾਂ ਦੀ ਰੱਖਿਆ ਕਰਦਾ। ਜਿਹੜਾ ਵੀ ਉਹਦੀ ਸ਼ਰਨ ਚ ਆਉਂਦਾ ਉਹਦੀ ਰੱਖਿਆ ਕਰਦਾ। ਆਦ ਆਰੰਭ ਤੋਂ ਜਦੋਂ ਸੰਸਾਰ ਬਣਿਆ ਉਦੋਂ ਤੋਂ, ਜੁਗਾਦ ਜਦੋਂ ਯੁੱਗ ਸ਼ੁਰੂ ਹੋਏ ਉਦੋਂ ਤੋਂ, ਭਾਵ ਹਮੇਸ਼ਾ ਤੋਂ ਹੀ ਪਰਮਾਤਮਾ ਦੀ ਜਿਹੜਾ ਵੀ ਸ਼ਰਨ ਚ ਆਉਂਦਾ ਪਰਮਾਤਮਾ ਦੀ ਰੱਖਿਆ ਕਰਦਾ। ਕੀਮਤ ਕੋਇ ਨਾ ਜਾਣੀ, ਕੋ ਨਾ ਹੀ ਤੋਲਣ ਹਾਰ। ਪਰਮਾਤਮਾ ਦੀ ਕੋਈ ਕੀਮਤ ਜਾਣਦਾ ਹੀ ਨਹੀਂ ਹੈ, ਕਿ ਉਹਦੀ ਕੀਮਤ ਪਾਈ ਨਹੀਂ ਜਾ ਸਕਦੀ। ਉਹਨੂੰ ਕੋਈ ਤੋਲ ਨਹੀਂ ਸਕਦਾ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਨਾ ਉਹਦੀ ਕੋਈ ਕੀਮਤ ਪਾ ਸਕਦਾ, ਨਾ ਕੋਈ ਉਹਦੀ ਕੀਮਤ ਦਾ ਅੰਦਾਜ਼ਾ ਲਾ ਸਕਦਾ ਹੈ। ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸ਼ੁਮਾਰ। ਉਹ ਪਰਮਾਤਮਾ ਜਿਹਦੇ ਗੁਣਾਂ ਦੀ ਗਿਣਤੀ ਹੀ ਕੋਈ ਨਹੀਂ, ਸ਼ੁਮਾਰ ਗਿਣਤੀ, ਜਿਹਦੇ ਗੁਣਾਂ ਦੀ ਗਿਣਤੀ ਹੀ ਨਹੀਂ ਹੈ, ਉਹ ਸਭ ਦੇ ਮਨ ਤੇ ਤਨ ਵਿੱਚ ਵਸਦਾ ਹੈ। ਇਹ ਨਹੀਂ ਵੀ ਫਲਾਣੇ ਦੇ ਵਸਦਾ ਤੇ ਫਲਾਣੇ ਦੇ ਨਹੀਂ ਵਸਦਾ। ਪਰਮਾਤਮਾ ਨੇ ਜੋ ਵੀ ਬਣਾਇਆ ਉਸ ਦੇ ਵਿੱਚ ਉਹ ਵਸਦਾ ਹੈ। ਜਿਹੜੇ ਪਹਾੜ ਬਣਾਏ ਤੇ ਪਰਮਾਤਮਾ ਪੱਥਰ ਦੇ ਵਿੱਚ ਵੀ ਵਸਦਾ ਹੈ। ਤਾਂ ਹੀ ਧੰਨਾ ਪਾ ਜੇ ਪੱਥਰ 'ਚ ਪ੍ਰਗਟ ਕਰ ਲਿਆ। ਜੇ ਪੱਥਰ 'ਚ ਵਸਦਾ ਹੀ ਨਾ ਹੁੰਦਾ ਫਿਰ ਪਰਮਾਤਮਾ ਕਹਿੰਦੇ ਕਣ ਕਣ ਮੇਂ ਭਗਵਾਨ। ਪਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਵਸਦਾ, ਜੋ ਵੀ ਉਸਨੇ ਬਣਾਈ ਹੈ। ਪਾਣੀ 'ਚ ਉਹ ਵਸਦਾ ਹੈ, ਅੱਗ 'ਚ ਉਹ ਵਸਦਾ ਹੈ, ਬਨਸਪਤੀ 'ਚ ਉਹ ਵਸਦਾ ਹੈ, ਜਾਨਦਾਰ ਚੀਜ਼ਾਂ 'ਚ ਉਹ ਵਸਦਾ ਹੈ, ਬੇਜਾਨ ਚੀਜ਼ਾਂ 'ਚ ਉਹ ਵਸਦਾ ਹੈ।
कोई ऐसी थां नहीं, कोई ऐसी चीज़ नहीं जिस 'ਚ परमात्मा नहीं बसता। पर 84 ਲੱਖ ਜੂਨੀਆਂ 'ਚੋਂ ਇੱਕੋ ਇੱਕ ਜੂਨੀ ਮਨੁੱਖਾ ਜੂਨੀ ਹੈ ਜਿਸ 'ਚ ਪਰਮਾਤਮਾ ਨੂੰ ਪ੍ਰਗਟ ਕੀਤਾ ਜਾ ਸਕਦਾ। ਪਰਮਾਤਮਾ ਵਸਦਾ ਸਾਰਿਆਂ 'ਚ, ਪਰ ਹੋਰ ਕਿਸੇ ਜੂਨੀ ਸਮਰਥ ਹੀ ਨਹੀਂ ਕਿ ਉਹ ਪਰਮਾਤਮਾ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲੈ। ਇਹ ਸਿਰਫ ਤੇ ਸਿਰਫ ਦਿਮਾਗ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੈ ਕਿ ਤੂੰ ਮੈਨੂੰ ਆਪਣੇ ਅੰਦਰੋਂ ਪ੍ਰਗਟ ਕਰ ਲੈ, ਫਿਰ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਹੇਗਾ। ਤੂੰ ਮੇਰੇ ਨਾਲ ਮਿਲ ਜਾਵੇਂਗਾ ਅਤੇ ਤੇਰਾ ਹਮੇਸ਼ਾ ਲਈ ਇਹਨਾਂ ਜੂਨੀਆਂ ਤੋਂ ਛੁਟਕਾਰਾ ਹੋ ਜਾਏਗਾ। ਜੰਮਣ ਮਰਨ ਤੋਂ ਤੂੰ ਰਹਿਤ ਹੋ ਜਾਵੇਂਗਾ। ਪਰ ਮੈਂ ਦੇਖਿਆ ਇਹ ਬੰਦਾ ਜੇ ਕੀੜਾ ਹੈ ਉਹਨੂੰ ਕੀੜਾ ਜੂਨੀ ਪਸੰਦ ਹੈ। ਸੂਰ ਹੈ ਕਿੰਨਾ ਗੰਦ ਮੰਦ ਖਾਂਦਾ ਹੈ, ਉਹਨੂੰ ਸੂਰ ਜੂਨੀ ਹੀ ਪਸੰਦ ਹੈ। ਸੂਰ ਬਾਰੇ ਤਾਂ ਕਿਹਾ ਵੀ ਜਾਂਦਾ ਵੀ ਇੱਕ ਸੂਰ ਸੀ, ਗੰਦੀ ਨਾਲੀ ਦੇ ਵਿੱਚ ਮੂੰਹ ਮਾਰੀ ਜਾ ਰਿਹਾ ਸੀ। ਨਾਰਦ ਜੀ ਆਕਾਸ਼ 'ਚ ਜਾ ਰਹੇ ਸਨ, ਉਹਨੂੰ ਸੂਰ 'ਤੇ ਤਰਸ ਆ ਗਿਆ ਵੀ ਕੀ ਵਿਚਾਰਾ ਗੰਦ 'ਚ ਗੰਦ ਖਾ ਰਿਹਾ। ਉਹ ਹੇਠਾਂ ਆਏ, ਸੂਰ ਦੀ ਬੋਲੀ 'ਚ ਬੋਲਦੇ ਨੇ ਵੀ ਮੈਂ ਨਾ ਸਵਰਗ ਨੂੰ ਚੱਲਿਆ, ਤੂੰ ਜਾਣੇ। ਅੱਗੋਂ ਸੂਰ ਕਹਿੰਦਾ ਵੀ ਸਵਰਗ 'ਚ ਕੀ ਹੁੰਦਾ ਹੈ? ਕਹਿੰਦੇ ਉੱਥੇ ਬਹੁਤ ਵਧੀਆ ਖਾਣ ਪੀਣ ਨੂੰ ਹੈ, ਬਹੁਤ ਵਧੀਆ ਰਹਿਣ ਨੂੰ ਹੈ, ਬਹੁਤ ਵਧੀਆ ਪਹਿਨਣ ਨੂੰ ਹੈ, ਬੜੇ ਸੁੰਦਰ ਬਾਗ ਨੇ, ਬੜਾ ਸੁੰਦਰਤਾ ਹੈ। ਸੁਣੀ ਗਿਆ ਸੂਰ। ਕਹਿੰਦੇ ਮੈਨੂੰ ਇਹ ਦੱਸੋ ਵੀ ਸਵਰਗ ਦੇ ਵਿੱਚ ਗੰਦੀਆਂ ਨਾਲੀਆਂ ਹੈਗੀਆਂ? ਕਹਿੰਦੇ ਵੀ ਉਹ ਤਾਂ ਨਹੀਂ ਹੈਗੀਆਂ। ਕਹਿੰਦਾ ਤਾਂ ਨਹੀਂ ਮੈਂ ਜਾਂਦਾ, ਤਾਂ ਨਹੀਂ ਮੈਂ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਉਹ ਬੰਦਿਆ ਆ ਮੈਂ ਤੈਨੂੰ ਉਸ ਸ਼ਹਿਰ 'ਚ ਲੈ ਜਾ ਜਿੱਥੇ ਦੁੱਖ ਹੀ ਕੋਈ ਨਹੀਂ। ਇਹ ਬੰਦਾ ਕਹਿੰਦਾ ਮੈਂ ਨਹੀਂ ਜਾਂਦਾ ਭਗਤ ਜੀ, ਤੁਸੀਂ ਜਾਓ। ਇਹ ਨਹੀਂ ਜਾਂਦਾ। ਧੰਨਾ ਜੀ ਬਾਰੇ ਆਉਂਦਾ, ਜੱਟ ਸੀ, ਗੱਡਾ ਗੁੱਡਾ ਰੱਖਿਆ। ਇੱਕ ਵਾਰ ਸੱਚਖੰਡ ਜਾਣਾ ਸੀ। ਕਹਿ ਚੱਲ ਯਾਰ ਪਿੰਡ ਦੇ ਲੋਕ ਨੇ, ਪਿੰਡ ਦਾ ਭਲਾ ਹੋ ਜਾਏਗਾ। ਅਨਾਊਂਸਮੈਂਟ ਕਰਤੀ ਹੈ ਕਿ ਮੈਂ ਕੱਲ੍ਹ ਨੂੰ ਇੰਨੇ ਵਜੇ ਸੱਚਖੰਡ ਨੂੰ ਜਾ ਰਿਹਾ। ਜੇ ਕਿਸੇ ਨੇ ਸੱਚਖੰਡ ਜਾਣਾ ਮੇਰੇ ਗੱਡੇ 'ਤੇ ਆ ਕੇ ਇੰਨੇ ਵਜੇ ਤੱਕ ਬੈਠ ਜਾਓ, ਮੈਂ ਉਹਨੂੰ ਲੈ ਜਾਵਾਂਗਾ। ਕੋਈ ਤਾਂ ਹੱਸੀ ਗਏ, ਵਿਸ਼ਵਾਸ ਹੀ ਨਹੀਂ ਕੀਤਾ। ਚਲੋ ਇੱਕ ਬੁੜੀ ਮਾਈ ਆ ਗਈ, ਆ ਕੇ ਬੈਠ ਗਈ। ਉਧਰ ਟਾਈਮ ਹੋ ਗਿਆ। ਧੰਨਾ ਜੀ ਕਹਿੰਦੇ ਮਾਤਾ ਜੀ ਚੱਲੀਏ? ਕਹਿੰਦੇ ਉਹ ਪੁੱਤ ਮੈਨੂੰ ਜ਼ਰੂਰੀ ਕੰਮ ਯਾਦ ਆ ਗਿਆ, ਮੈਂ ਕੰਮ ਕਰ ਲਾ, ਤੂੰ ਜਾ। ਅਸੀਂ ਤਾਂ ਸੱਚਖੰਡ ਨੂੰ ਜਾਣ ਨੂੰ ਵੀ ਤਿਆਰ ਨਹੀਂ ਹੈਗੇ। ਉਂਝ ਹੀ ਲੱਗਦਾ ਸਾਨੂੰ ਹੈ ਸੱਚੇ ਪਾਤਸ਼ਾਹ ਅਸੀਂ ਸੱਚਖੰਡ ਚਲੇ ਜਾਈਏ ਅਤੇ ਸੱਚੇ ਪਾਤਸ਼ਾਹ ਹੁਣੇ ਆ ਜਾਏ ਵੀ ਚੱਲ ਵੀ ਸੱਜਣਾ। ਅਤੇ ਸ਼ਾਇਦ ਮੈਂ ਵੀ ਸੋਚੀ ਪੈ ਜਾਵੇ ਮੇਰਾ ਤਾਂ ਆ ਵੀ ਅਜੇ ਅੰਮ੍ਰਿਤ ਸਮਝਾਉਣਾ ਸੀ, ਮੈਂ ਸੰਗਤ ਆ ਵੀ ਸਮਝਾਉਣਾ ਸੀ। ਮੈਂ ਕਹਾਂਗਾ ਜੀ 2-4 ਘੰਟੇ ਠਹਿਰ ਜਾਓ, ਹੋ ਸਕਦਾ। ਇਹ ਨਹੀਂ ਜਾਂਦਾ ਬੰਦਾ, ਇਹ ਤਾਂ ਧੱਕੇ ਥੋੜ੍ਹੇ ਜਿਹੇ ਖਾਈ ਜਾਂਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹ ਪਰਮਾਤਮਾ ਜਿਹਦੇ ਗੁਣਾਂ ਦਾ ਸ਼ੁਮਾਰ ਗਿਣਤੀ ਹੀ ਕੋਈ ਨਹੀਂ, ਵਸਦਾ ਤਾਂ ਸਾਡੇ ਅੰਦਰ ਹੀ ਹੈ, ਪਰ ਉਹ ਗੁਪਤ ਰੂਪ 'ਚ ਹੋਣ ਕਰਕੇ ਅਸੀਂ ਉਸ ਤੋਂ ਕੋਈ ਲਾਭ ਨਹੀਂ ਉਠਾਉਂਦੇ। ਉਹਨੂੰ ਪ੍ਰਗਟ ਕਰਨਾ ਬਸ। ਦਿਨ ਰਹਿਣ ਜੇ ਪ੍ਰਭ ਕਉ ਸੇਮ ਦੇ, ਜਿਹੜੇ ਦਿਨ ਰਾਤ ਪਰਮਾਤਮਾ ਦਾ ਸਿਮਰਨ ਕਰਦੇ ਹਨ, ਦਿਨ ਕਹਿ ਸਦ ਬਲਿਹਾਰ। ਗੁਰੂ ਮਹਾਰਾਜ ਕਹਿੰਦੇ ਮਨ ਦਾ ਸਦਾ ਬਲਿਹਾਰ ਜਾਂਦਾ ਹਾਂ, ਵਾਰੇ ਜਾਂਦਾ, ਸਦਕੇ ਜਾਂਦਾ, ਕੁਰਬਾਨ ਜਾਂਦਾ, ਜਿਹੜੇ ਦਿਨ ਰਾਤ ਤੇਰਾ ਸਿਮਰਨ ਕਰਦੇ ਹਨ। ਕਿ ਦਿਨ ਰਾਤ ਸਿਮਰਨ ਕਰੇਗਾ ਤਾਂ ਹੀ ਉਹਦੀ ਪ੍ਰਾਪਤੀ ਹੋਵੇਗੀ ਨਾ। ਇਹ ਘੰਟੇ 2 ਘੰਟਿਆਂ ਨਾਲ ਨਹੀਂ ਗੱਲ ਬਣਦੀ। ਗੁਰਬਾਣੀ ਕਹਿੰਦੀ ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅਵਿਨਾਸ਼ੀ ਖੇਮ ਦਾ ਸਦਾ ਰਹਿਣ ਵਾਲੀ ਖੁਸ਼ੀ। ਹੇ ਇਨਸਾਨ ਜੇ ਤੂੰ ਸਦਾ ਰਹਿਣ ਵਾਲੀ ਖੁਸ਼ੀ ਚਾਹੁੰਦਾ ਫਿਰ ਸਦਾ ਹੀ ਪਰਮਾਤਮਾ ਦਾ ਸਿਮਰਨ ਕਰ। ਅਤੇ ਅਸੀਂ ਘੰਟਾ ਅੱਧਾ ਘੰਟਾ ਕਰਕੇ ਕਹਿੰਦੇ ਅਸੀਂ ਸਦਾ ਹੀ ਸੁਖੀ ਰਹੀਏ, ਇਸ ਤਰ੍ਹਾਂ ਨਹੀਂ ਹੁੰਦਾ। ਜਿੰਨਾ ਗੁੜ ਪਾਈਏ ਨਾ ਉਨਾ ਹੀ ਮਿੱਠਾ ਹੁੰਦਾ। ਬੰਦੇ ਦੀ ਆਦਤ ਹੈ ਗੁੜ ਘੱਟ ਪਾਉਂਦਾ, ਮਿੱਠਾ ਜ਼ਿਆਦਾ ਭਾਲਦਾ, ਇਸ ਤਰ੍ਹਾਂ ਨਹੀਂ ਹੁੰਦਾ। ਜਿੰਨਾ ਕਰੋਗੇ ਉਹਦੇ ਅਨੁਸਾਰ ਹੀ ਕੋਈ ਗੱਲ ਬਣਦੀ ਹੈ।
ਇਸੇ ਕਹਿੰਦੇ ਦਿਨ ਰਾਤ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ, ਮੈਨੂੰ ਤਾਂ ਬਲਿਹਾਰ ਜਾਂਦਾ ਵੀ ਭਾਈ ਧੰਨ ਤੁਸੀਂ, ਧੰਨ ਤੁਸੀਂ। ਸੰਤ ਅਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਬਖਸ਼ਿੰਦ ਖੱਖੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਫਾਰਸੀ ਦਾ ਸ਼ਬਦ ਹੈ। ਬਖਸ਼ਿੰਦ ਹੁੰਦਾ ਬਖਸ਼ਣ ਵਾਲਾ। ਸੰਤ ਅਰਾਧਨ ਸਦਾ ਸਦਾ, ਸਭਨਾ ਕਾ ਬਖਸ਼ਿੰਦ। ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀਨ ਜਿੰਦ। ਗੁਰ ਸ਼ਬਦੀ, ਸੱਸੇ ਪੈਰ 'ਚ ਬਿੰਦੀ, ਗੁਰ ਸ਼ਬਦੀ ਆਰਾਧੀਐ। ਜਪੀਐ ਨਿਰਮਲ ਮੰਤ, ਕੀਮਤ ਕਹਿਣ ਨ ਜਾਈਐ। ਪਰਮੇਸ਼ਵਰ ਬੇਅੰਤ। ਜੇ ਸੱਸੇ ਨੂੰ ਔਂਕੜ ਨਾ ਹੁੰਦੀ ਫਿਰ ਆਪਾਂ ਪੜ੍ਹਦੇ ਪਰਮੇਸ਼ਰ, ਫਿਰ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਦੇ। ਹੁਣ ਸੱਸੇ ਨੂੰ ਔਂਕੜ ਲੱਗੀ ਹੋਈ ਹੈ, ਹੁਣ ਇਸ ਨੂੰ ਪਰਮੇਸ਼ਵਰ ਨਹੀਂ ਪੜ੍ਹਨਾ, ਹੁਣ ਇਹਦਾ ਉਚਾਰਨ ਹੈ ਪਰਮੇਸ਼ਵਰ। ਕੀਮਤ ਕਹਿਣ ਨਾ ਜਾਈਐ, ਪਰਮੇਸ਼ਵਰ ਬੇਅੰਤ। ਜਿਸ ਮਨ ਵਸੈ ਨਾਰਾਇਣੁ, ਸੋ ਕਹੀਐ ਭਗਵੰਤ। ਜੀ ਕੀ ਲੋਚਾ ਪੂਰੀਐ, ਮਿਲੈ ਸੁਆਮੀ ਕੰਤ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਦਿਨ ਰੈਨ ਜਿਸ ਨਾ ਵਿਸਰੈ, ਸੋ ਹਰਿਆ ਹੋਵੇ ਜੰਤ। ਪੰਚਮ ਪਾਤਸ਼ਾਹ ਕਹਿੰਦੇ ਸੰਤ ਅਰਾਧਨ ਸਦਾ ਸਦਾ, ਸਭਨਾ ਕਾ ਬਖਸ਼ਿੰਦ। ਪਰਮਾਤਮਾ ਜੋ ਸਭ ਨੂੰ ਬਖਸ਼ਣ ਵਾਲਾ ਹੈ। ਸੰਤ ਜਿਹੜੇ ਨੇ ਉਹ ਸਦਾ ਹੀ ਉਹਦਾ ਆਰਾਧਨਾ ਕਰਦੇ ਨੇ, ਉਹਦਾ ਨਾਮ ਜਪਦੇ ਨੇ। ਉਹ ਪਰਮਾਤਮਾ ਜੋ ਸਭ ਨੂੰ ਬਖਸ਼ਣ ਵਾਲਾ ਹੈ, ਜੋ ਬਖਸ਼ਿੰਦ ਹੈ, ਸੰਤ ਜਿਹੜੇ ਨੇ ਉਹ ਸਦਾ ਹੀ ਉਹਦਾ ਨਾਮ ਜਪਦੇ ਹਨ। ਜੀਓ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤੀਨ ਜਿੰਦ। ਪਰਮਾਤਮਾ ਨੇ ਸਾਡਾ ਸਰੀਰ ਬਣਾਇਆ, ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਇਹਦੀ ਜਿੰਦ ਪਾਈ। ਇਹਦੇ ਵਿੱਚ ਜਿੰਦੀ ਵਿੱਚੋਂ ਨਿਕਲਦੀ ਹੈ, ਬੰਦਾ ਮਰ ਜਾਂਦਾ। ਬਸ ਇਹ ਜਿੰਦ ਕਾਰਨ ਹੀ ਜਿਉਂਦਾ ਹੈ। ਉਹਨੂੰ ਜਾਨ ਕਹਿ ਲਓ, ਜਿੰਦ ਕਹਿ ਲਓ, ਸਵਾਸ ਕਹਿ ਲਓ, ਆਤਮਾ ਕਹਿ ਲਓ, ਰੂਹ ਕਹਿ ਲਓ। ਪਰਮਾਤਮਾ ਨੇ ਸਾਡਾ ਸਰੀਰ ਬਣਾਇਆ, ਉਹਦੇ ਵਿੱਚ ਜਿੰਦ ਪਾਈ ਹੈ। ਗੁਰ ਸ਼ਬਦੀ ਆਰਾਧੀਐ, ਜਪੀਐ ਨਿਰਮਲ ਮੰਤ। ਗੁਰੂ ਨੇ ਜਿਹੜਾ ਸਾਨੂੰ ਸ਼ਬਦ ਦਿੱਤਾ ਹੈ, ਗੁਰਮੰਤਰ, ਉਹਦੇ ਨਾਲ ਪ੍ਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ। ਨਿਰਮਲ ਮੰਤ, ਗੁਰੂ ਦਾ ਦਿੱਤਾ ਜਿਹੜਾ ਉਪਦੇਸ਼ ਹੈ ਉਹ ਨਿਰਮਲ ਮੰਤ ਹੈ। ਕਹਿੰਦੇ ਗੁਰੂ ਦੇ ਉਪਦੇਸ਼ ਰਾਹੀਂ ਅਤੇ ਗੁਰੂ ਦੇ ਦਿੱਤੇ ਸ਼ਬਦ ਰਾਹੀਂ ਉਹਦੀ ਆਰਾਧਨਾ ਕਰਨੀ ਚਾਹੀਦੀ ਹੈ, ਉਹਦਾ ਨਾਮ ਜਪਣਾ ਚਾਹੀਦਾ। ਗੁਰੂ ਮਹਾਰਾਜ ਉਪਦੇਸ਼ ਵੀ ਦਿੰਦੇ ਨੇ, ਆ ਸਾਰੀ ਬਾਣੀ ਉਪਦੇਸ਼ ਹੈ। ਅਤੇ ਗੁਰੂ ਮਹਾਰਾਜ ਗੁਰਮੰਤਰ ਵੀ ਦਿੰਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਣੀ ਅਨੁਸਾਰ ਜੀਵਨ ਜਿਉਣੇ ਅਤੇ ਨਾਲ ਵਾਹਿਗੁਰੂ 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 ਕਰਦੇ ਰਹਿਣਾ ਹੈ। ਕੀਮਤ ਕਹਿਣ ਨਾ ਜਾਈਏ, ਪਰਮੇਸ਼ਵਰ ਬੇਅੰਤ। ਪਰਮਾਤਮਾ ਤਾਂ ਬੇਅੰਤ ਹੈ, ਉਹਦੀ ਕੋਈ ਕੀਮਤ ਹੀ ਨਹੀਂ ਦੱਸ ਸਕਦਾ, ਉਹਦੀ ਤਾਂ ਕੋਈ ਕੀਮਤ ਪਾ ਹੀ ਨਹੀਂ ਸਕਦਾ। ਜਿਸ ਮਨ ਵਸੈ ਨਾਰਾਇਣੁ, ਸੋ ਕਹੀਐ ਭਗਵੰਤ। ਭਗਵੰਤ ਦਾ ਭਾਗਾਂ ਵਾਲਾ, ਕੋਲਵੰਤ ਖਾਨਦਾਨ ਵਾਲਾ, ਪਤਵੰਤ ਇੱਜ਼ਤ ਵਾਲਾ, ਭਗਵੰਤ ਭਾਗਾਂ ਵਾਲਾ। ਜਿਸ ਮਨ ਵਸੈ ਨਾਰਾਇਣੁ, ਜਿਹਦੇ ਮਨ 'ਚ ਪਰਮਾਤਮਾ ਵਸ ਜਾਏ ਨਾ, ਸੋ ਕਹੀਐ ਭਗਵੰਤ, ਉਹਨੂੰ ਭਾਗਾਂ ਵਾਲਾ ਕਿਹਾ ਜਾਂਦਾ ਹੈ। ਜਿਹਦੇ ਅੰਦਰ ਪਰਮਾਤਮਾ ਵਸ ਗਿਆ ਨਾ, ਉਹ ਤਾਂ ਭਾਗਾਂ ਵਾਲਾ ਹੋ ਜਾਂਦਾ। ਅਸੀਂ ਬਦ ਕਿਸਮਤ, ਕਿਉਂਕਿ ਜੇ ਪਰਮਾਤਮਾ ਸਾਡੇ ਅੰਦਰ ਵਸੇ ਹੀ ਨਹੀਂ ਹੈ। ਪਰਮਾਤਮਾ ਦੇ ਨਾਮ ਨੇ ਸਾਡੀ ਕਿਸਮਤ ਬਦਲਣੀ ਹੈ। ਉਹ ਬੰਦਾ ਜਪਦਾ ਨਹੀਂ ਹੈ, ਇਹ ਕਿਸਮਤ ਬਦਲਦੀ ਨਹੀਂ, ਧੱਕੇ ਥੋੜ੍ਹੇ ਜਿਹੇ ਖਾਈ ਜਾਂਦਾ, ਖਾਈ ਜਾ ਬਈ।
ਸੰਸਾਰ ਦੇ ਕਿਸੇ ਵੀ ਯਤਨ ਨਾਲ ਤੁਹਾਡੀ ਕਿਸਮਤ ਨਹੀਂ ਬਦਲੇਗੀ। ਯਾਦ ਰੱਖਣਾ, ਜੋ ਅਸੀਂ ਪਿਛਲੇ ਜਨਮ 'ਚ ਕਰਮ ਕੀਤੇ ਉਹ ਸਾਡੀ ਕਿਸਮਤ ਹੋ ਗਈ ਹੈ, ਉਹ ਸਾਨੂੰ ਭੋਗਣੀ ਪੈਣੀ ਹੈ। ਅਗਰ ਤੁਸੀਂ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ ਹੋ, ਤੁਸੀਂ ਆਪਣੀ ਕਿਸਮਤ ਬਦਲਣਾ ਚਾਹੁੰਦੇ ਹੋ, ਤਾਂ ਰੋਣ ਪਿੱਟਣ ਨਾਲ ਜਾਂ ਕਈ ਪ੍ਰਕਾਰ ਦੇ ਤਰੀਕੇ ਵਰਤਣ ਨਾਲ ਕਿਸਮਤ ਨਹੀਂ ਬਦਲੇਗੀ। ਕਿਸਮਤ ਬਦਲਦੀ ਹੈ ਬਾਣੀ ਪੜ੍ਹ ਕੇ ਅਤੇ ਨਾਮ ਜਪ ਕੇ। ਕਿਉਂਕਿ ਮਾੜੀ ਕਿਸਮਤ ਹੈ ਅਤੇ ਆਪਣੇ ਹੀ ਮਾੜੇ ਕਰਮਾਂ ਕਾਰਨ ਹੈ, ਅਤੇ ਮਾੜੇ ਕਰਮ ਨਾਮ ਜਪੇ ਬਿਨਾਂ ਮਿਟਦੇ ਨਹੀਂ ਹੁੰਦੇ। ਜਦੋਂ ਕਰਮ ਹੀ ਮਿਟ ਜਾਣਗੇ ਤਾਂ ਉਹਦੇ ਕਾਰਨ ਜੋ ਦੁੱਖ ਜਾਂ ਗਰੀਬੀ ਸੀ ਉਹ ਆਪਣੇ ਆਪ ਹੀ ਮਿਟ ਜਾਵੇਗੀ। ਪਰਮਾਤਮਾ ਦੇ ਨਾਮ ਨੇ, ਇਸ ਬਾਣੀ ਨੇ ਸਾਡੀ ਕਿਸਮਤ ਬਦਲਣੀ ਹੈ। ਇਹਨੂੰ ਪੜ੍ਹ ਕੇ ਨਾਮ ਸਿਮਰਨ ਕਰਕੇ ਆਮ ਲੋਕ ਰਾਜੀ ਨਹੀਂ ਹੈਗੇ, ਇਸ ਲਈ ਉਹਨਾਂ ਦੀ ਕਿਸਮਤ ਬਦਲਦੀ ਨਹੀਂ, ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ। ਹੁਣ ਦੇਖੋ ਭਗਤ ਰਵਿਦਾਸ ਜੀ ਸੀ, ਕਿੰਨੇ ਚਿਮਿਆਰ ਬਨਾਰਸ 'ਚ ਰਹਿੰਦੇ ਹੋਣੇ ਉਹਨਾਂ ਦੇ ਵੇਲੇ। ਸਿਰਫ ਇੱਕ ਚਿਮਿਆਰ ਨੂੰ ਹੀ ਦੁਨੀਆ ਜਾਣਦੀ ਹੈ, ਬਾਕੀ ਕਿਸੇ ਨੂੰ ਨਹੀਂ ਜਾਣਦੀ। ਕਿਉਂ? ਉਹਨਾਂ ਨੇ ਨਾਮ ਜਪਿਆ। ਭਗਤ ਰਵਿਦਾਸ ਜੀ ਨੇ ਨਾਮ ਜਪਿਆ। ਭਗਤ ਭਗਤ ਜਗ ਵੱਜਿਆ, ਚਹੁ ਕੁੰਟਾਂ ਦੇ ਵਿੱਚ ਚਮਰੇਟਾ। ਭਾਈ ਗੁਰਦਾਸ ਕਹਿੰਦੇ ਇਹ ਚਿਮਿਆਰਾਂ ਦਾ ਮੁੰਡਾ ਚਾਰੇ ਦਿਸ਼ਾਵਾਂ 'ਚ ਭਗਤ ਭਗਤ ਕਰਕੇ ਪ੍ਰਸਿੱਧ ਹੋ ਗਏ। ਅਤੇ ਭਗਤ ਰਵਿਦਾਸ ਜੀ ਆਪ ਕਹਿੰਦੇ ਨੇ, ਹੁਣ ਵੱਡੇ ਵੱਡੇ ਪੰਡਿਤ ਮੈਨੂੰ ਡੰਡੌਤ ਕਰਦੇ ਨੇ। ਹੈ ਨਾ, ਫਿਰ ਨਾਮ ਨੇ ਇੱਕ ਸਧਾਰਨ ਚਿਮਿਆਰ ਦੀ ਜਿਹੜਾ ਹੈ ਕਿਸਮਤ ਬਦਲ ਕੇ ਰੱਖਦੀ, ਉਹਨੂੰ ਪੂਜਣ ਯੋਗ ਬਣਾਤਾ। ਦੁਨੀਆ ਪੂਜਦੀ ਹੈ, ਅਸੀਂ ਵੀ ਉਹਨਾਂ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ। ਬਾਣੀ ਮੱਥਾ ਟੇਕਦੇ ਕਿਉਂਕਿ ਉਹਨਾਂ ਦੇ ਬੋਲਾਂ 'ਚ ਵੀ ਤਾਕਤ ਹੁੰਦੀ ਹੈ। ਜਿਹਨਾਂ ਦੀ ਕਮਾਈ ਹੁੰਦੀ ਹੈ ਨਾ, ਉਹਨਾਂ ਦੇ ਬੋਲਾਂ 'ਚ ਵੀ ਤਾਕਤ ਹੁੰਦੀ ਹੈ। ਇਸ ਲਈ ਇਸ ਬਾਣੀ ਨੇ ਸਾਡੀ ਕਿਸਮਤ ਬਦਲਣੀ ਹੈ, ਜਾਂ ਜਿਹੜਾ ਸਾਨੂੰ ਗੁਰਮੰਤਰ ਮਿਲਿਆ ਉਸ ਨੇ ਸਾਡੀ ਕਿਸਮਤ ਬਦਲਣੀ ਹੈ। ਇਹ ਸਾਡੀ ਆਪਣੀ ਮਰਜ਼ੀ ਹੈ। ਅਸੀਂ ਬੈਡ ਲੱਕ ਨੂੰ ਗੁੱਡ ਲੱਕ 'ਚ ਬਦਲ ਸਕਦੇ ਹਾਂ। ਬਾਣੀ ਪੜ੍ਹਨੀ ਪੈਣੀ ਹੈ ਜਾਂ ਨਾਮ ਜਪਣਾ ਪੈਣਾ। ਬਾਣੀ ਪੜ੍ਹ ਲਓ ਚਾਹੇ ਨਾਮ ਜਪ ਲਓ, ਕੋਈ ਕੰਮ ਇੱਕ ਕਰ ਲਓ। ਅਨਪੜ੍ਹ ਤਬਕਾ ਹੈ, ਔਰ ਚਲੋ ਮੰਨਿਆ ਉਹਨੂੰ ਬਾਣੀ ਨਹੀਂ ਪੜ੍ਹਨੀ ਹੁੰਦੀ, ਉਹ ਗੁਰੂ ਧਾਰਨ ਕਰੋ, ਤੁਹਾਨੂੰ ਗੁਰਮੰਤਰ ਮਿਲ ਜਾਏ। ਉਸ ਗੁਰਮੰਤਰ ਉੱਠਦੇ ਬੈਠਦੇ ਤੁਰਦੇ ਫਿਰਦੇ ਜਾਪ ਕਰਦੇ ਰਹੋ। ਕੁਝ ਮਹੀਨਿਆਂ ਬਾਅਦ ਤੁਹਾਡੀ ਕਿਸਮਤ ਬਦਲਣੀ ਸ਼ੁਰੂ ਹੋ ਜਾਵੇਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਜਿਸ ਮਨ ਵਸੈ ਨਾਰਾਇਣੋ ਸੋ ਕਹੀਏ ਭਗਵੰਤ। ਜਿਸ ਦੇ ਮਨ 'ਚ ਪਰਮਾਤਮਾ ਵਸ ਗਿਆ ਨਾ, ਉਹਨੂੰ ਤੇ ਭਾਗਾਂ ਵਾਲਾ ਕਿਹਾ ਜਾਂਦਾ। ਵੀ ਤਾਂ ਭਾਗਾਂ ਵਾਲਾ ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ। ਜਦੋਂ ਪਰਮਾਤਮਾ ਜੋ ਸਾਡਾ ਕੰਤ ਹੈ, ਜੋ ਸਾਡਾ ਪਤੀ ਹੈ, ਜਦੋਂ ਉਹ ਮਿਲ ਜਾਂਦਾ ਨਾ, ਜੀ ਕੀ ਲੋਚਾ ਪੂਰੀ ਹੈ, ਸਾਡੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ। ਜਦੋਂ ਪਰਮਾਤਮਾ ਦੀ ਪ੍ਰਾਪਤੀ ਸਾਰੀ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ, ਕੋਈ ਇੱਛਾ ਹੀ ਨਹੀਂ ਰਹਿੰਦੀ, ਬਾਕੀ ਕੋਈ ਇੱਛਾ ਹੀ ਨਹੀਂ ਰਹਿੰਦੀ। ਉਹਦੇ ਦਰਸ਼ਨ ਕਰਨ ਤੋਂ ਬਾਅਦ ਸਾਰੀਆਂ ਇੱਛਾਵਾਂ ਹੀ ਖਤਮ ਹੋ ਜਾਂਦੀਆਂ। ਸੋ ਕਹਿੰਦੇ ਜਦੋਂ ਸੁਆਮੀ ਕੰਤ ਪਰਮਾਤਮਾ ਮਿਲਦਾ ਨਾ, ਜੀ ਕੀ ਲੋਚਾ ਪੂਰੀ, ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਨਾਨਕ ਜੀਵੈ ਜਪ ਹਰੀ, ਦੋਖ ਸਭੇ ਹੀ ਹੰਤ। ਗੁਰੂ ਮਹਾਰਾਜ ਕਹਿੰਦੇ ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ, ਦੋਖ ਸਭੇ ਹੀ ਹੰਤ, ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਦੋਖ ਪਾਪ ਹੰਤ ਹੁੰਦਾ, ਨਾਸ ਹੋ ਜਾਂਦਾ, ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਨਾਮ ਨੇ ਵੱਡੇ ਵੱਡੇ ਪਾਪਾਂ ਨੂੰ ਸਾੜ ਕੇ ਸੁਆਹ ਕਰ ਦੇਣਾ ਹੁੰਦਾ। ਜੋ ਪਾਪ ਹੀ ਨਾ ਰਿਹਾ, ਦੁੱਖ ਹੀ ਖਤਮ ਹੋ ਗਏ। ਸਾਡੇ ਮਾੜੇ ਕਰਮਾਂ ਕਾਰਨ ਹੀ ਸਾਡੀ ਜ਼ਿੰਦਗੀ ਦੁੱਖ ਨੇ।
ਜੋ ਕਰਮ ਹੀ ਘਟ ਗਏ ਤਾਂ ਦੁੱਖ ਤੇ ਆਪਣੇ ਆਪ ਹੀ ਸਮਾਪਤ ਹੋ ਗਏ। ਜਿੰਨਾ ਜੇ ਕਰਮ ਨਹੀਂ ਕੱਟਦਾ ਦੁੱਖ ਖੜਾ। ਕਰਮ ਨਾਮ ਤੋਂ ਬਿਨਾਂ ਕੱਟ ਨਹੀਂ ਹੋਣਾ, ਬਾਣੀ ਤੋਂ ਬਿਨਾਂ ਕੱਟ ਨਹੀਂ ਹੋਣਾ। ਉਹ ਅਸੀਂ ਬਾਣੀ ਪੜ੍ਹਦੇ ਨਹੀਂ, ਨਾਮ ਜਪਦੇ ਨਹੀਂ, ਕਰਮ ਖੜਾ। ਭੋਗੀ ਜਾਓ ਬਈ, ਭੋਗੀ ਜਾਓ। ਜੋ ਇੱਕ ਸਧਾਰਨ ਜਿਹਾ ਬੰਦਾ ਸੀ, ਉਹ ਹਰਿਦੁਆਰ ਚਲੇ ਗਏ। ਉੱਥੇ ਭੁੱਖ ਲੱਗੀ, ਮਖਾਣੇ ਖਰੀਦ ਲਏ। ਮਖਾਣੇ ਦੇ ਇੱਕ ਭਰਿੰਡ ਸੀ, ਉਹ ਵਿੱਚੇ ਤੋਲੀ ਗਈ। ਉਹ ਜੋ ਖਾਣ ਲੱਗਾ, ਉਹਨੇ ਭਰਿੰਡ ਲੱਗਾ ਖਾਣ, ਅਤੇ ਭਰਿੰਡ ਕਹਿੰਦੇ ਭੀ ਭੀ ਭੀ। ਕਹਿ ਦੇਖ, ਚਾਹੇ ਚੀ ਕਰ ਚਾਹੇ ਭੀ ਕਰ, ਯਾਰਾਂ ਨੇ ਦਾਮ ਖਰਚੇ हैं, हम तो खाएंगे। ਇਸ ਲਈ ਹੁਣ ਚੀ ਕਰ ਪੀ ਕਰ, ਇਹ ਫਿਰ ਕਰਮ ਤੇ ਭੋਗਣੇ ਪੈਣੇ। ਰੋਈ ਜਾ ਪਿੱਟੀ ਜਾ, ਹੁਣ ਜੋ ਮਰਜ਼ੀ ਕਰੀ। ਇਹ ਤਾਂ ਜੇ ਦਾਤੇ ਦੀ ਬੜੀ ਕਿਰਪਾ ਹੈ। ਉਹਨੂੰ ਪਤਾ ਸੀ ਕਿ ਹੈਣ ਤੇ ਮੇਰੇ ਧੀਆਂ ਪੁੱਤਰ ਹੀ ਇਹ, ਪਰ ਇਹ ਪੁੱਠੇ ਕਰਮਾਂ ਕਾਰਨ ਅੱਜ ਦੁਖੀ ਨੇ। ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਦਾ ਧੀ ਪੁੱਤਰ ਦੁਖੀ ਹੋਵੇ, ਕੋਈ ਨਹੀਂ ਚਾਹੁੰਦਾ। ਪਰ ਮਾਂ ਬਾਪ ਕਹਿੰਦਾ ਪੁੱਤ ਤੂੰ ਇਸ ਤਰ੍ਹਾਂ ਕਰ ਲੈ, ਤੂੰ ਸੁਖੀ ਹੋ ਜਾਏਗਾ। ਪੁੱਤ ਕੋਈ ਮੰਨਦਾ ਹੀ ਨਹੀਂ, ਫਿਰ ਕਿਵੇਂ ਸੁਖੀ ਹੋਏਗਾ ਬਈ। ਪਰਮਾਤਮਾ ਸਾਡਾ ਪਿਤਾ, ਉਹ ਕਹੇ ਤੁਸੀਂ ਮੇਰਾ ਨਾਮ ਜਪੋ, ਤੁਸੀਂ ਸੁਖੀ ਹੋ ਜਾਓਗੇ। ਅਸੀਂ ਉਹਦੀ ਗੱਲ ਹੀ ਨਹੀਂ ਮੰਨਦੇ। ਉਹ ਕਹੇ ਚੰਗਾ ਫਿਰ ਉਹ ਹੋਰ ਉਹਨੂੰ ਕੀ ਕਰੇ ਵੀ, ਉਹਨੇ ਕੀ ਸਾਡੀ ਡਾਂਗ ਮਾਰਨੀ। ਉਹ ਕਹੇ ਚੰਗਾ ਫਿਰ ਮੈਂ ਤਾਂ ਤੁਹਾਡੇ ਕਰਮ ਲਿਖਦੇ, ਭੋਗੀ ਜਾਓ। ਫਿਰ ਪਹਿਲਾਂ ਵੀ ਤੁਸੀਂ ਨਹੀਂ ਸੀ ਮੇਰੀ ਮੰਨੀ ਅਤੇ ਆਪਣੀ ਮਰਜ਼ੀ ਕੀਤੀ ਅਤੇ ਮਾੜੇ ਕੰਮ ਕੀਤੇ, ਮੈਂ ਤੁਹਾਡੀ ਕਿਸਮਤ ਲਿਖਤੀ। ਹੁਣ ਮੈਂ ਤੁਹਾਨੂੰ ਗੁਰੂਆਂ ਰਾਹੀਂ ਸਾਧੂਆਂ ਰਾਹੀਂ ਸਮਝਾਉਣਾ ਕਿ ਤੁਸੀਂ ਭਾਈ ਨਾਮ ਜਪ ਲਓ, ਤੁਹਾਡੀ ਕਿਸਮ ਬਦਲ ਜਾਏਗੀ। ਤੁਸੀਂ ਮੇਰੀ ਮੰਨਦੇ ਹੀ ਨਹੀਂ, ਚੰਗਾ ਆਪਣਾ ਭੋਗੀ ਜਾਓ। ਨਹੀਂ ਤਾਂ ਕਿਹੜਾ ਮਾਂ ਪਿਓ ਹੈ ਜਿਹੜਾ ਕਹਿੰਦਾ ਮੇਰਾ ਪੁੱਤਰ ਧੀ ਪੁੱਤ ਦੁਖੀ ਹੋਵੇ। ਬੱਚੇ ਮੰਨਦੇ ਹੀ ਨਹੀਂ ਅੱਜ ਕੱਲ੍ਹ ਮਾਂ ਪਿਓ ਦੀ। ਮਾਂ ਪਿਓ ਕਿਆ ਕਰੇ ਬਈ, ਕਿੰਨੇ ਸਮਝਾ ਲਓ ਭਾਈ ਸ਼ਰਾਬਾਂ ਨਾ ਪੀਏ ਕਰੋ, ਕਿਉਂ ਆਪਣਾ ਪੱਠਾ ਬੈਠਾਉਣਾ, ਨਹੀਂ ਮੰਨਦੇ। ਆਹ ਪੀ ਕੇ ਮਰ ਜਾਣਗੇ, ਮਗਰ ਟੱਬਰ ਰੁਲਦਾ ਰਹਿੰਦਾ। ਇਹ ਪੀਣ ਪੂਣ ਨਸ਼ਈਆਂ ਨੂੰ ਆਪਣੇ ਤੋਂ ਬਿਨਾਂ ਹੋਰ ਕੋਈ ਪਰਿਵਾਰ ਦੀ ਚਿੰਤਾ ਨਹੀਂ, ਬਸ ਮੈਨੂੰ ਮਿਲਣੀ ਚਾਹੀਦੀ। ਘਰ ਦੇ ਭਾਵੇਂ ਭਾਂਡੇ ਵਿੱਚ ਇੱਕ ਵਿਚਾਰੀ ਬੀਬੀ ਆਉਂਦੀ, ਕਹਿੰਦਾ ਮੇਰਾ ਪੁੱਤ ਸ਼ਰਾਬ ਪੀਂਦਾ ਜੀ। ਕਹਿੰਦਾ ਮੈਂ ਜੇ ਥੋੜ੍ਹੇ ਬਾਹਰ ਗਈ ਹੋਈ, ਘਰ ਦੀ ਚੀਜ਼ ਚੱਕਦਾ, ਬਾਜ਼ਾਰ ਵੇਚ ਆਉਂਦਾ ਅਤੇ ਪਊਗਾ ਲੈ ਆਉਂਦਾ। ਕੀ ਕਰਾਂ ਮੈਂ ਜੀ ਹੁਣ? ਮੈਂ ਜੀ ਬਸ ਇਹੀ ਹਾਂ। ਤੁਸੀਂ ਵੀ ਕੋਈ ਮਾੜਾ ਕਰਮ ਕੀਤਾ ਹੋਣਾ, ਜਾਂ ਇਹ ਨਲਾਇਕ ਪੁੱਤਰ ਤੁਹਾਡੇ ਘਰ ਪੈਦਾ ਹੋ ਗਿਆ, ਇਸੇ ਕਰਕੇ ਭੈੜਾ ਆਇਆ ਨਾ ਪੈਦਾ। ਤੁਸੀਂ ਵੀ ਕੋਈ ਭੈੜਾ ਕੰਮ ਕੀਤਾ, ਦੁੱਖ ਭੋਗੀ ਜਾ। ਹੁਣ ਕਾਰਨ ਤਾਂ ਕੋਈ ਬਣਨਾ ਨਾ ਦੁੱਖ ਦਾ, ਉਹ ਪੁੱਤਰ ਹੀ ਕਾਰਨ ਬਣ ਗਿਆ ਹੈ। ਭੋਗੋ। ਇਹ ਤਾਂ ਆਪਾਂ ਨੂੰ ਐਵੇਂ ਹੀ ਹੈ ਵੀ ਧੀਆਂ ਪੁੱਤਾਂ ਸਾਨੂੰ ਸੁੱਖ ਮਿਲੇਗਾ। ਸਾਰੇ ਬੱਚਿਆਂ ਮਗਰ ਭੱਜੇ ਫਿਰਦੇ, ਨਹੀਂ ਬੱਚਿਆਂ ਦਾ ਭੱਜਿਆ ਫਿਰਦਾ, ਕਦੇ ਕਿਸੇ ਸਾਧ ਕੋਲ ਜਾ, ਕਦੇ ਗੁਰੂ ਕੋਲ ਜਾ, ਕੋਈ ਸੁੱਖ ਆਹ ਕਰ ਬੱਚਾ ਜਾਏ। ਮੈਂ ਤਾਂ ਸੋਚਿਆ ਉਹ ਮਾਂ ਨੇ ਵੀ ਕਿੰਨੀ ਖੁਸ਼ੀ ਮਨਾਈ ਹੋਣੀ, ਉਹਦੇ ਬਾਪ ਨੇ ਵੀ ਹੌਸਲਾ ਸ਼ੁੱਧ ਸ਼ਰਾਬਾਂ ਪਿਲਾਈਆਂ ਹੁਣ ਲੋਕਾਂ ਨੂੰ। ਮੇਰੇ ਪੁੱਤਰ ਆਇਆ, ਢੋਲ ਢਾਲ ਵੀ ਸ਼ਾਇਦ ਵਜਾਏ ਹੁਣ ਉਹਨਾਂ ਦੇ ਢੋਲ ਵਜਾ ਰਿਹਾ। ਤੁਸੀਂ ਉਹਦੇ ਜੰਮਣ ਦੇ ਢੋਲ ਵਜਾਏ, ਹੁਣ ਤੁਹਾਡੇ ਢੋਲ ਵਜਾ ਰਿਹਾ। ਇਹ ਤਾਂ ਐਵੇਂ ਮਨੁੱਖ ਨੂੰ ਭੁਲੇਖਾ ਹੈ ਕਿ ਸ਼ਾਇਦ ਮੈਨੂੰ ਪੁੱਤਰ ਤੋਂ ਫਲਾਣੇ ਤੋਂ ਸੁੱਖ ਹੋਵੇਗਾ। ਸੁੱਖ ਆਪਣੇ ਕਰਮਾਂ ਦਾ ਹੁੰਦਾ। ਜੇ ਤੁਹਾਡੇ ਭਾਗਾਂ ਸੁੱਖ ਹੈ, ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਸੁੱਖ ਦੇ ਜਾਣਾ। ਜੇ ਤੁਹਾਡੇ ਭਾਗਾਂ ਸੁੱਖ ਹੈ, ਬਗਾਨਿਆਂ ਨੇ ਵੀ ਸੁੱਖ ਦੇ ਜਾਣਾ। ਜੇ ਤੁਹਾਡੇ ਭਾਗਾਂ ਦੁੱਖ ਲਿਖਿਆ, ਤੁਹਾਡੇ ਬੱਚਿਆਂ ਨੇ ਤੁਹਾਨੂੰ ਸੂਲੀ ਟੰਗੀ ਰੱਖਣਾ। ਹੁਣ ਪਰਿਵਾਰ ਦੇ ਭਾਗਾਂ ਦੁੱਖ ਲਿਖਿਆ, ਇੱਕੋ ਬੰਦਾ ਘਰ ਵਾਲਾ ਕਮਾਊ ਹੈ, ਉਹ ਸ਼ਰਾਬੀ ਕਬਾਬੀ ਨਸ਼ਈ ਹੈ, ਉਹ ਜਿੰਨਾ ਕਮਾਉਂਦਾ ਖਾ ਪੀ ਜਾਂਦਾ। ਹੁਣ ਪਰਿਵਾਰ ਕਿਆ ਕਰੇ ਵੇ, ਭੋਗੀ ਜੋ ਦੁੱਖ। ਹੁਣ ਤਾਂ ਆਪਣੇ ਖਾਣ ਪੀਣ ਤੱਕ ਮਤਲਬ ਹੈ, ਪਰਿਵਾਰ ਜਾਏ ਜਹੰਨਮ 'ਚ। ਜਨਾਨੀ ਨੇ ਵਿਆਹ ਕਰਾਇਆ ਵੀ ਚਲੋ ਮੇਰਾ ਪਤੀ ਹੋਏਗਾ, ਕੋਈ ਸੁਖੀ ਹੋ ਜਾਏਗੀ, ਉਹ ਉਦੋਂ ਵੀ ਦੁਖੀ, ਉਦੋਂ ਵੀ ਦੁਖੀ। ਸੋ ਇਹ ਸੁੱਖ ਦੁੱਖ ਤੇ ਆਪਣੇ ਕਰਮਾਂ ਦਾ ਹੈ। ਇਹ ਨਾ ਸੋਚੋ ਕਿ ਮੈਨੂੰ ਫਲਾਣੇ ਤੋਂ ਸੁੱਖ ਮਿਲੇਗਾ ਜਾਂ ਫਲਾਣੇ ਤੋਂ ਸੁੱਖ ਮਿਲੇਗਾ। ਜੇ ਤੁਹਾਡੇ ਭਾਗਾਂ ਸੁੱਖ ਹੈ, ਆਪਣਿਆਂ ਨੇ ਵੀ ਸੁੱਖ ਦੇ ਜਾਣਾ, ਬਗਾਨਿਆਂ ਨੇ ਵੀ ਦੇ ਜਾਣਾ। ਜੇ ਦੁੱਖ ਹੈ ਤਾਂ ਆਪਣਿਆਂ ਨੇ ਵੀ ਦੁਖੀ ਕਰੀ ਜਾਣਾ, ਬਗਾਨਿਆਂ ਨੇ ਵੀ ਦੁਖੀ ਕਰੀ ਜਾਣਾ।
ਸੋ ਵੇ ਜੀਆ ਆਪਣਾ ਕੀਆ ਕਰਮ ਭੋਗੀਆ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ। ਕਹਿੰਦੇ ਜਿਹੜਾ ਹਰੀ ਦਾ ਨਾਮ ਜਪ ਕੇ ਜਿਉਂਦਾ ਨਾ ਉਹਦੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਦਿਨ ਰੈਣ ਜਿਸ ਨਾ ਵਿਸਰੈ, ਜਿਸ ਨੂੰ ਨਾ ਦਿਨੇ ਨਾ ਰਾਤ ਨੂੰ ਰੱਬ ਵਿਸਰਦਾ ਹੀ ਨਹੀਂ। ਤੁਸੀਂ ਕਹੋ ਰਾਤ ਨੂੰ ਵੀ ਨਹੀਂ ਵਿਸਰਦਾ, ਜੇ ਦਿਨੇ ਰੱਬ ਯਾਦ ਰਹੇ ਨਾ ਰਾਤ ਨੂੰ ਆਪੇ ਰੱਬ ਯਾਦ ਆਈ ਜਾਂਦਾ। ਜਿਹੜਾ ਦਿਨੇ ਸਿਮਰਨ ਕਰਦਾ ਰਹਿੰਦਾ ਰਾਤ ਨੂੰ ਦਾ ਸਿਮਰਨ ਆਪਣੇ ਆਪ ਹੀ ਹੁੰਦਾ ਰਹਿੰਦਾ। ਉਹ ਆਪਣੇ ਵੱਲੋਂ ਸੁੱਤਾ ਹੋਇਆ ਰਸਨਾ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੁੰਦੀ, ਰਾਤ ਨੂੰ ਆਪਣੇ ਆਪ ਹੀ ਹੁੰਦਾ ਰਹਿੰਦਾ। ਕਹਿੰਦੇ ਜਿਹੜਾ ਦਿਨ ਰਾਤ ਦਿਨ ਰੈਣ ਜਿਸ ਨਾ ਵਿਸਰ, ਜਿਹਨੂੰ ਰੱਬ ਨਾ ਦਿਨੇ ਵਿਸਰਦਾ ਨਾ ਰਾਤ ਨੂੰ ਭੁੱਲਦਾ ਹੈ ਸੋ ਹਰਿਆ ਹੋਵੇ ਜਿੰਦ। ਉਹ ਵਿਅਕਤੀ ਤੇ ਹਰਿਆ ਭਰਿਆ ਹੋ ਜਾਂਦਾ, ਹਮੇਸ਼ਾ ਖੁਸ਼ ਰਹਿੰਦਾ ਹੈ, ਚੜ੍ਹਦੀਆਂ ਕਲਾਂ 'ਚ ਰਹਿੰਦਾ। ਜਿਵੇਂ ਹਰੇ ਭਰੇ ਦਰਖਤ ਆਪਣਾ ਸੋਹਣੇ ਲੱਗਦੇ ਨੇ ਕਿ ਨਹੀਂ, ਇਸ ਤਰ੍ਹਾਂ ਜਦੋਂ ਜੀਵਨ ਹਰਿਆ ਭਰਿਆ ਹੁੰਦਾ ਮਨੁੱਖ ਖੇੜੇ 'ਚ ਹੁੰਦਾ ਹੈ। ਖੇੜਿਆ ਹੋਇਆ ਹੀ ਦੂਜਿਆਂ ਨੂੰ ਖੇੜਾ ਦੇ ਸਕਦਾ। ਮੰਨ ਲਓ ਮੈਂ ਆਪ ਹੀ ਉਦਾਸ ਹਾਂ, ਮੈਨੂੰ ਕੋਈ ਮਿਲ ਨਾ ਆਇਆ, ਮੈਂ ਉਹਨੂੰ ਕੀ ਖੁਸ਼ ਕਰ ਸਕਦਾ। ਜੇ ਮੈਂ ਆਪ ਖੁਸ਼ ਹਾਂ ਤਾਂ ਹੋ ਸਕਦਾ ਕੋਈ ਨਾ ਕੋਈ ਉਹਨੂੰ ਚੁਟਕਲਾ ਸੁਣਾਦਾ, ਕੋਈ ਖੁਸ਼ੀ ਦੀ ਕੋਈ ਗੱਲ ਕਰ। ਮੈਂ ਤਾਂ ਆਪ ਹੀ ਦੁਖੀ ਮੰਨ ਲਓ, ਉਹਨੂੰ ਫਿਰ ਕੀ ਸੁੱਖ ਦੇ ਸਕਦਾ। ਜਿਹੜਾ ਖਿੜਿਆ ਹੋਇਆ ਹੈ ਉਹੀ ਦੂਸਰੇ ਨੂੰ ਖੇੜਾ ਦੇ ਸਕਦਾ ਹੈ। ਇਸ ਲਈ ਕਹਿੰਦੇ ਜਿਸ ਬੰਦੇ ਨੂੰ ਕਦੇ ਪਰਮਾਤਮਾ ਭੁੱਲਦੇ ਹੀ ਨਹੀਂ ਨਾ, ਨਾ ਦਿਨੇ ਨਾ ਰਾਤ ਨੂੰ, ਉਹ ਤਾਂ ਹਮੇਸ਼ਾ ਹੀ ਹਰਿਆ ਭਰਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਸਮਾਪਤੀ ਕਰਾਂ, ਸਾਰੀ ਸੰਗਤ ਨੂੰ ਫਿਰ ਬੇਨਤੀ ਹੈ ਕਿ 14 ਜੂਨ ਨੂੰ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਵਸ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਹੈ। ਆਪਾਂ ਵੀ ਹਰ ਸਾਲ ਦੀ ਤਰ੍ਹਾਂ ਮਨਾਉਣਾ ਹੈ, ਪਰ ਆਪਾਂ ਐਤਵਾਰ ਨੂੰ ਮਨਾਉਣੇ ਹਾਂ। ਸੋ ਐਤਵਾਰ ਹੈਗਾ 13 ਜੂਨ ਦਾ। ਸੋ 13 ਜੂਨ ਨੂੰ ਅਖੰਡ ਪਾਠ ਦੇ ਭੋਗ ਪੈਣੇ ਨੇ। ਇਸ ਲਈ 11 ਜੂਨ ਨੂੰ ਆਪਾਂ 7 ਅਖੰਡ ਪਾਠ ਰੱਖਾਂਗੇ। ਸੋ ਜਿਨ੍ਹਾਂ ਦੀਆਂ ਰੌਲਾਂ ਲੱਗੀਆਂ, ਡਿਊਟੀਆਂ ਲੱਗੀਆਂ ਅਖੰਡ ਪਾਠਾਂ 'ਤੇ, ਉਹਨਾਂ ਸਾਰੇ ਪਾਠੀਆਂ ਨੂੰ ਬੇਨਤੀ ਕਿ ਆਪਣਾ ਵੇਲੇ ਸਿਰ ਆਪਣੀ ਆਪਣੀ ਡਿਊਟੀਆਂ 'ਤੇ 11 ਤਰੀਕ ਤੋਂ ਆਉਣਾ ਸ਼ੁਰੂ ਕਰ ਦੇਣ। ਜਿਹੜੇ ਵੀ ਕਥਾ ਸੁਣ ਰਹੇ ਹੋ ਉਹ ਆਪਣੇ ਦੂਜੇ ਸਾਥੀਆਂ ਨੂੰ, ਟੈਲੀਫੋਨ ਨੰਬਰ ਆਪਣੇ ਦੋਸਤਾਂ ਮਿੱਤਰਾਂ ਸਹੇਲੀਆਂ ਦੇ ਕੋਲ ਹੁੰਦੇ ਨੇ, ਕਿਉਂਕਿ ਸਤਸੰਗੀ ਦੇ ਦੋਸਤ ਵੀ ਤਾਂ ਸਤਸੰਗੀ ਹੁੰਦੇ ਨੇ, ਸਤਸੰਗੀ ਦੇ ਮਿੱਤਰ ਵੀ ਤਾਂ ਸਤਸੰਗੀ ਹੁੰਦੇ ਨੇ। ਅਤੇ ਜੇ ਉਹਨਾਂ ਦੇ ਮਿੱਤਰ ਅਤੇ ਸਹੇਲੀ ਕੁਸੰਗੀ ਨੇ ਤਾਂ ਫਿਰ ਉਹ ਕਦੇ ਆਪ ਸਤਸੰਗੀ ਨੇ। ਮੰਨ ਲਓ ਮੇਰੇ ਦੋਸਤ ਹੀ ਕੁਸੰਗੀ ਨੇ ਤਾਂ ਫਿਰ ਮੈਂ ਕਿਵੇਂ ਆਪਣੇ ਆਪ ਨੂੰ ਸਤਸੰਗੀ ਕਹਿ ਸਕਦਾ। ਚੰਗੇ ਦੇ ਦੋਸਤ ਮਿੱਤਰ ਵੀ ਚੰਗੇ ਹੁੰਦੇ ਨੇ ਅਤੇ ਭੈੜੇ ਦੇ ਦੋਸਤ ਮਿੱਤਰ ਭੈੜੇ ਹੀ ਹੁੰਦੇ ਨੇ। ਇਸ ਲਈ ਦੂਜੇ ਸਤਸੰਗੀਆਂ ਨੂੰ ਦੱਸਣਾ ਕਿ ਭਾਈ 11 ਤਰੀਕ ਨੂੰ ਅਖੰਡ ਪਾਠ ਸ਼ੁਰੂ ਹੋ ਰਹੇ ਹਨ। ਸੋ ਵੇਲੇ ਸਿਰ ਡਿਊਟੀਆਂ 'ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਐਤਵਾਰ ਨੂੰ 8:05 ਜਾਂ 7 'ਤੇ ਭੋਗ ਪੈ ਜਾਂਦੇ ਨੇ। ਉਸ ਤੋਂ ਬਾਅਦ ਫਿਰ ਜਿਹੜਾ ਹੈ 2 ਸ਼ਬਦ ਕੀਰਤਨ ਹੋਏਗਾ। ਉਸ ਤੋਂ ਬਾਅਦ ਸਮਾਪਤੀ ਹੋਏਗੀ। ਜਿਹੜੀ ਸੰਗਤ ਪਹੁੰਚੀ ਹੈਗੀ ਉਹਨਾਂ ਨੂੰ ਅਸੀਂ ਵੀ ਖੁਆ ਪਿਆ ਕੇ ਫਿਰ ਤੋਰਾਂਗੇ। ਸੋ ਸਤਿਕਾਰਯੋਗ ਸਾਸੇ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।